ਚੰਨੀ ਜੀ ਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਹੈ ਕਿ ਵੀ ਪੰਜਾਬ ਦੇ ਕਲਚਰ ਬਾਰੇ ਅਹਿਸਾਸ ਹੈ। ਥੱਲੋਂ ਉੱਠੇ ਹੋਏ ਨੇ, ਉਹਨਾਂ ਨੂੰ ਪਤਾ ਹੈ ਜਿਹੜਾ ਉਹਨਾਂ ਨੇ ਕਾਂਗਰਸ ਦਾ ਹਾਈ ਕਮਾਂਡ ਨੇ ਇੱਕ ਅਲੱਗ ਤਰ੍ਹਾਂ ਦਾ ਇੰਪ੍ਰੈਸ਼ਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਔਰ ਚੰਨੀ ਜੀ ਨੇ ਜੇ ਉਹਨੂੰ ਨਿਊਟਰਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ, ਮੈਂ ਉਹਨੂੰ ਚੰਗੀ ਅਟੈਂਪਟ ਸਮਝਦਾ। ਪ੍ਰਤਾਪ ਬਾਜਵਾ ਨੇ ਇਹ ਸਪੈਸ਼ਲੀ ਕਿਹਾ ਕਿ ਰਿਟਾਇਰਡ ਬਿਊਰੋਕਰੇਟ ਦੇ ਹਵਾਲੇ ਕੀਤੀ ਹੋਈ ਤੁਸੀਂ ਸਰਕਾਰ। ਅਸੀਂ ਨਾਨ ਪਰਫਾਰਮਿੰਗ ਆ, ਅਸੀਂ ਥੋੜੇ ਜਿਹੇ ਕਰਪਟ ਵੀ ਹੈਗੇ ਆ, ਪਰ ਪਲੀਜ਼ ਵੋਟ ਸਾਨੂੰ ਪਾਇਓ, ਕਿਉਂਕਿ ਦੂਜੇ ਜਿਹੜੇ ਹੈਗੇ ਨੇ ਨਾ ਕੋਈ ਬਹੁਤੇ ਚੰਗੇ ਨਹੀਂ, ਉਹਨਾਂ ਲਈ ਸਾਡੇ ਕੋਲ ਬਰਗਾਰੀ ਦਾ ਇੱਕ ਮੁੱਦਾ ਹੈਗਾ। ਮਤਲਬ ਅਚਾਨਕ ਹੋਇਆ ਜਾਂ ਸਡਨਲੀ ਹੁੰਦਾ ਰਿਹਾ ਜਾਂ ਪ੍ਰੀ ਪਲਾਨਡ ਸੀ ਉਹਨਾਂ ਦਾ? ਇਹ ਗੇਮ ਪ੍ਰੀ ਪਲਾਨਡ ਸੀਗੀ? ਜੇ ਮੈਂ ਕਹਾਂ ਬੀਜੇਪੀ ਵੱਲੋਂ ਇਹ ਸੀ ਕਿ ਅਸੀਂ ਹਰਿਆਣਾ ਮਾਡਲ ਪੰਜਾਬ 'ਚ ਲਾਗੂ ਕਰ। ਕਿਸੇ ਵੇਲੇ ਇਹ ਵੀ ਗੱਲ ਆਈ ਕਿ ਕਿਸਾਨ ਆਪਣੇ ਅਲੱਗ ਪਾਰਟੀ ਬਣਾ ਲੈਣ। ਹਾਂ, ਹੁਣ ਵੀ ਅਜੇ ਖੜੀ ਆ ਉਹ ਵੀ ਐਕਸਕਲੂਸਿਵ ਕਿਸਾਨ ਦੀ ਆਇਡੈਂਟੀਟੀ। ਜੇ ਤੁਸੀਂ ਦੇਖੋ ਵੀ ਗੁਜਰਾਤ 'ਚ ਅੱਜ ਸਾਰੀ ਕੈਬਨਿਟ ਬਦਲ ਦਿਓਗੇ ਤੇ ਲੋਕ ਸੋਚਣਗੇ ਵੀ ਹੁਣ ਇਹ ਬੀਜੇਪੀ ਦਾ ਨਹੀਂ ਹੈਗਾ, ਨਵਾਂ ਬੰਦਾ ਆ ਗਿਆ, ਇਹਦੀ ਪਰਫਾਰਮੈਂਸ ਅਗਲੇ 2 ਮਹੀਨੇ 'ਚ ਦੇਖਦੇ ਆ ਤੇ ਅਗਲੇ 5 ਸਾਲ ਹੋਰ ਦੇ ਦਿੰਦੇ ਆ। ਜੋ ਚੰਨੀ ਨੇ ਪਹਿਲੀ ਪ੍ਰੈਸ ਖੁਦ ਕਿਹਾ, ਜੋ ਖੁਦ ਪ੍ਰੋਜੈਕਟ ਕੀਤਾ, ਉਹ ਉਹਨਾਂ ਨੇ ਇਹ ਨਹੀਂ ਕਿ ਮੈਂ ਉਹਨੇ ਕਿਹਾ ਮੈਂ ਹੇਠੋਂ ਉੱਠ ਕੇ ਆਇਆ ਕਿੱਥੋਂ। ਬਾਬੂਸ਼ਾਹੀ ਟਾਈਮਸ ਤੁਹਾਡਾ ਸਭ ਦਾ ਸਵਾਗਤ ਹੈ। ਪੰਜਾਬ ਦੇ ਵਿੱਚ ਪਿਛਲੇ ਦਿਨੀ ਇਹਨਾਂ ਤਾਜ਼ਾ ਹਾਲਾਤ ਜੋ ਬਣੇ ਨੇ, ਉਥਲ ਪੁਥਲ ਹੋਈ ਸਿਆਸੀ, ਸਰਕਾਰ ਬਦਲੀ, ਚੀਫ ਮਿਨਿਸਟਰ ਬਦਲਿਆ, ਇਹਦੀਆਂ ਜੋ ਖਬਰਾਂ ਨੇ, ਜੋ ਕੁਝ ਹੋਇਆ ਉਹ ਤਾਂ ਸਭ ਦੇ ਸਾਹਮਣੇ ਹੈ। ਖਬਰਾਂ ਪੜ੍ਹੀਆਂ ਵੀ ਨੇ, ਦੇਖੀਆਂ ਵੀ ਨੇ, ਅਸੀਂ ਵੀ ਨਾਲ ਦੀ ਨਾਲ ਅਪਡੇਟ ਕਰਦੇ ਰਹੇ ਸਾਰਾ ਜੋ ਕੁਝ ਹੋਇਆ। ਪਰ ਇਹ ਹੋਇਆ ਕਿਉਂ? ਇਹਦੇ ਅਰਥ ਕੀ ਨੇ? ਜਿਸ ਮੰਤਵ ਲਈ ਹੋਇਆ ਉਹ ਕੀ ਪੂਰਾ ਹੋਏਗਾ? ਤੇ ਇਸ ਦਾ ਸਾਡੇ ਪੰਜਾਬ ਦੀ ਰਾਜਨੀਤੀ ਤੇ, ਅਗਲੀ ਰਾਜਨੀਤੀ ਤੇ ਸਮਾਜ ਤੇ ਕੀ ਅਸਰ ਪਏਗਾ? ਮੇਰਾ ਕਹਿਣ ਤੋਂ ਭਾਵ ਖਬਰ ਵਿੱਚ ਖਬਰ, ਖਬਰ ਅੰਦਰ ਖਬਰ ਜਿਹੜੀ ਕੀ ਹੈ, ਇਹਨੂੰ ਸਮਝਣ ਦਾ ਯਤਨ ਕਰਨਾ ਜ਼ਰੂਰੀ ਹੈ। ਖਬਰਾਂ ਤਾਂ ਅਸੀਂ ਫੇਰ ਵੀ ਦਿੰਦੇ ਰਹਾਂਗੇ ਤੇ ਇਸ ਫਿਨੋਮੀਨੇ ਨੂੰ, ਇਸ ਵਰਤਾਰੇ ਨੂੰ ਜੋ ਵਾਪਰਿਆ ਹੈ, ਇਹਦੇ ਫੌਰੀ ਤੇ ਦੂਰਗਾਮੀ ਜਿਹੜੇ ਰਿਜ਼ਲਟ ਕੀ ਹੋਣਗੇ, 2022 ਦੀਆਂ ਚੋਣਾਂ ਜਿਹੜੀਆਂ ਚੋਣ ਸੀਨ ਹੈ ਉਹਦੇ ਤੇ ਕੀ ਅਸਰ ਪਏਗਾ, ਜਾਂ ਜੋ ਕੁਝ ਸੋਚ ਕੇ ਇਹ ਤਬਦੀਲੀ ਕੀਤੀ ਗਈ ਹੈ, ਉਥਲ ਪੁਥਲ ਕੀਤੀ ਗਈ ਹੈ, ਲਗਭਗ ਰਾਜ ਪਲਟੇ ਵਰਗੀ ਜਿਹੜੀ ਉਥਲ ਪੁਥਲ ਹੋਈ ਹੈ, ਉਹਦਾ ਕੀ ਜੋ ਸੋਚਿਆ ਗਿਆ, ਜਿਨ੍ਹਾਂ ਨੇ ਕਰਵਾਈ ਜਾਂ ਕੀਤੀ, ਜਾਂ ਜਿਹੜੇ ਇਹਦੇ ਪਾਤਰ ਨੇ, ਕੀ ਉਹ ਉਹਨਾਂ ਦਾ ਮਨਸ਼ਾ ਜਾਂ ਉਹਦਾ ਉਦੇਸ਼ ਪੂਰਾ ਕਰ ਸਕਣਗੇ ਉਹ? ਇਹ ਸਾਰਾ ਪ੍ਰੋਸੈਸ, ਇਸ ਨੂੰ ਸਮਝਣ ਲਈ ਕਿਸੇ ਸੋਸ਼ਲ ਸਾਇੰਟਿਸਟ ਤੇ ਐਨਾਲਿਸਟ ਦੀ ਲੋੜ ਹੈ। ਉਹ ਮੇਰੇ ਨਾਲ ਨੇ ਡਾਕਟਰ ਪ੍ਰਮੋਦ ਕੁਮਾਰ। ਇਹਨਾਂ ਨਾਲ ਗੱਲਬਾਤ ਕਰਾਂਗੇ, ਸਵਾਲ ਜਵਾਬ ਦੇ ਵਿੱਚ ਕੋਸ਼ਿਸ਼ ਕਰਾਂਗੇ ਇਸ ਵਰਤਾਰੇ ਨੂੰ ਸਮਝਣ ਲਈ। ਡਾਕਟਰ ਪ੍ਰਮੋਦ ਜੀ, ਵੈਲਕਮ ਜੀ। ਮੈਂ ਥੋੜੀ ਜਿਹੀ ਭੂਮਿਕਾ ਬੰਨੀ ਹੈ ਤੇ ਇਸ ਜੋ ਕੁਝ ਹੋਇਆ ਪੰਜਾਬ ਦੇ ਵਿੱਚ, ਰਾਜ ਪਲਟੇ ਵਰਗਾ ਕੁਝ ਹੋਇਆ, ਇਹ ਕੇਸ ਨੂੰ ਕੀ ਸਮਝਦੇ ਹੋ ਤੁਸੀਂ? ਪਹਿਲਾਂ ਕਦੇ ਏਦਾਂ ਵਾਪਰਿਆ? ਦੇਖੋ, ਗੱਲ ਇਹ ਹੈ ਕਿ ਜੋ ਅੱਜ ਕੱਲ੍ਹ ਰਾਜਨੀਤੀ 'ਚ ਹੋ ਰਿਹਾ ਹੈ, ਉਹ ਤੇ ਫੈਜ਼ ਅਹਿਮਦ ਫੈਜ਼ ਦੀ 2 ਲਾਈਨਾਂ ਨੇ, ਬੜੀਆਂ ਢੁਕਵੀਆਂ ਲਾਈਨਾਂ ਨੇ। ਹਾਂਜੀ। ਉਹ ਇਹ ਹੈ ਕਿ घर को आग आओ लगाएं हम भी, रोशन अपनी रात करें। वाह वाह। और ਤੁਸੀਂ ਦੇਖੋ ਗੁਜਰਾਤ 'ਚ ਕੁਝ ਇਸ ਤਰ੍ਹਾਂ ਦਾ ਹੀ ਹੋਇਆ। ਰਾਤੋਂ ਰਾਤ ਚੀਫ ਮਿਨਿਸਟਰ ਬਦਲਤੇ ਗਏ, ਕੈਬਨਿਟ ਬਦਲਤੀ ਗਈ, ਔਰ ਫਿਰ ਕਾਂਗਰਸ ਪਾਰਟੀ ਨੂੰ ਲੱਗਿਆ ਕਿ ਜੇ ਬੀਜੇਪੀ ਕੁਝ ਇਸ ਤਰ੍ਹਾਂ ਦਾ ਕਰ ਲਈ ਹੈ ਤੇ ਅਸੀਂ ਆਪਣੇ ਘਰ ਨੂੰ ਅੱਗ ਲਗਾ ਕੇ ਆਪਣੀ ਰਾਤ ਰੋਸ਼ਨ ਕਰ ਲਈਏ ਜੀ। ਤੇ ਉਹਨਾਂ ਨੇ ਕੁਝ ਉਸੇ ਤਰ੍ਹਾਂ ਦਾ ਇੱਕ ਐਕਟ ਰਾਜਨੀਤੀ ਸਾਡੇ ਹੋਇਆ, ਜਿਹੜਾ ਕਿ ਅਸੀਂ ਡਰਾਮਾ ਇਹਨੇ ਦਿਨਾਂ 'ਚ ਦੇਖਿਆ। ਔਰ ਮੈਨੂੰ ਇੱਕ ਹੋਰ ਗੱਲ ਸਮਝ ਆਉਂਦੀ ਹੈ ਕਿ ਜਿਹਨੂੰ ਮੈਂ ਬੇਸਿਕਲੀ ਇੱਕ ਜਿਹੜੀ ਅਪਰੋਚ ਰਾਜਨੀਤੀ 'ਚ ਹੈ ਕਿ ਅਸੀਂ ਉਦੋਂ ਹੀ ਐਕਟ ਕਰਾਂਗੇ ਜਦੋਂ ਸਾਡੇ ਕੋਲ ਕੋਈ ਚੁਆਇਸ ਨਾ ਰਹਿ ਜਾਏ। ਕਾਂਗਰਸ ਪਾਰਟੀ ਦੇ ਵਿੱਚ ਇਹ ਗੱਲ ਕਈ ਸਾਲਾਂ ਤੋਂ, 2 ਸਾਲਾਂ ਤੋਂ ਮਿਨੀਮਮ ਚੱਲ ਰਹੀ ਹੈ
ਔਰ ਤੁਸੀਂ ਦੇਖਿਆ ਹੋਣਾ ਇਹਨੂੰ ਮੈਂ ਬੇਸਿਕਲੀ ਫਾਇਰ ਫਾਈਟਿੰਗ ਅਪਰੋਚ ਜਿਹੜੀ ਹੈ ਰਾਜਨੀਤੀ ਚ ਹੁਣ ਕਾਫੀ ਹੱਦ ਤੱਕ ਆ ਗਈ, ਠੀਕ ਹੈ ਨਾ। ਉਹ ਫਾਇਰ ਫਾਈਟਿੰਗ ਅਪਰੋਚ ਤੇ ਸਮਝਿਆ ਜਾਂਦਾ ਹੈ ਕਿ ਇਹਦੇ ਸ਼ਾਇਦ ਬੜੇ ਫਾਇਦੇ ਨੇ। ਪਰ ਇਹ ਕਈ ਸਮੇਂ ਤੋਂ ਕਾਂਗਰਸ ਦਾ ਜਿਹੜਾ ਕ੍ਰਾਈਸਿਸ ਸੀਗਾ ਪੰਜਾਬ 'ਚ ਚੱਲ ਰਿਹਾ ਸੀਗਾ, ਉਹ ਤੁਹਾਨੂੰ ਯਾਦ ਹੋਣਾ ਕਿ 6 ਮਹੀਨੇ 8 ਮਹੀਨੇ ਪਹਿਲੇ ਵੀ ਦਿੱਲੀ 'ਚ ਇਸ ਤਰ੍ਹਾਂ ਦੀਆਂ ਮੀਟਿੰਗਾਂ ਬੁਲਾਈਆਂ ਗਈਆਂ, ਉਹਦੇ 'ਚ ਗੱਲਬਾਤ ਹੋਈ। ਉਹ 'ਚ ਫਿਰ ਇਹ ਵੀ ਕਿਹਾ ਗਿਆ ਕਿ ਸਾਡੇ ਚੀਫ ਮਿਨਿਸਟਰ ਸਾਹਿਬ ਜਿਹੜੇ ਨੇ ਉਹ ਕੋਈ ਪਰਫਾਰਮੈਂਸ ਬਹੁਤੀ ਵਧੀਆ ਨਹੀਂ ਕਰ ਰਹੇ, ਉਹਨਾਂ ਨੂੰ 18 ਨੂੰ ਕਾਫੀ ਕੋਈ ਪ੍ਰੋਗਰਾਮ ਵੀ ਅਸਾਈਨ ਕੀਤਾ ਗਿਆ, ਤੁਸੀਂ ਜਾ ਕੇ ਤੇ ਚੀਫ ਮਿਨਿਸਟਰ ਸਾਹਿਬ ਨੇ ਜਾ ਕੇ ਦੱਸਿਆ ਉਹਨਾਂ ਨੂੰ ਕਿ ਵੀ ਮੈਂ ਤਾਂ ਕੰਮ ਚਲੋ ਚੰਗਾ ਕਰ ਹੀ ਰਿਹਾ, ਪਰ ਮੇਰੇ ਮੰਤਰੀ ਕੁਝ ਮੰਤਰੀ ਕਰਪਟ ਵੀ ਹੈਗੇ ਨੇ। ਤਾਂ ਇਹਦੇ ਵਿੱਚ ਮੈਨੂੰ ਇਹ ਕਿਉਂ ਹੋਇਆ, ਇਹ ਐਸਾ ਕਿਉਂ ਹੋਇਆ? ਔਰ ਇਹ ਜਿਹੜਾ ਸੀਗਾ ਵੀ ਕਾਫੀ ਚਿਰ ਤੋਂ ਕਾਂਗਰਸ ਪਾਰਟੀ ਦੇ ਵਿੱਚ ਹਲਚਲ ਚੱਲ ਰਹੀ ਸੀ। ਐਮਐਲਏ ਜਿਹੜੇ ਸੀਗੇ, ਉਹਨਾਂ ਦੇ ਲੈਜਿਸਲੇਚਰ ਜਿਹੜੇ ਸੀਗੇ ਮਿਲ ਰਹੇ ਸੀ, ਇੱਧਰ ਗੱਲਬਾਤ ਕਰ ਰਹੇ ਸੀ। ਉਹਨਾਂ ਨੂੰ ਇਹ ਵੀ ਡਰ ਲੱਗਦਾ ਸੀ ਕਿ ਸ਼ਾਇਦ ਸਾਡੀ ਕਾਰਗੁਜ਼ਾਰੀ ਕੋਈ ਚੰਗੀ ਨਹੀਂ ਰਹੀ, ਜਿਹੜੀ ਕਿ ਬਾਅਦ ਚ ਮੰਨੀ ਵੀ ਗਈ ਚੰਗੀ ਨਹੀਂ ਰਹੀ, ਤੇ ਅਸੀਂ ਇਲੈਕਸ਼ਨ ਸ਼ਾਇਦ ਨਾ ਜਿੱਤ ਸਕੀਏ। ਤੇ ਜੇ ਕੋਈ ਟ੍ਰਿਕ ਜਿਹਾ ਏਦਾਂ ਦਾ ਐਕਟ ਕਰ ਲਈਏ, ਕੋਈ ਚਿਹਰੇ ਬਦਲ ਲਈਏ, ਤੇ ਆਪਾਂ ਇਲੈਕਸ਼ਨ ਜਿੱਤ ਸਕਦੇ ਹਾਂ। ਔਰ ਇਹ ਉਹਨਾਂ ਨੂੰ ਕਿਉਂ ਲੱਗ ਰਿਹਾ ਸੀ ਕਿ ਪਿਛਲੇ 4 ਸਾਢੇ 4 ਸਾਲ ਇਹ ਸਰਕਾਰ ਨੇ ਆਪਣੇ ਕੰਮਕਾਜ, ਆਪਣੀ ਗਵਰਨੈਂਸ ਆਊਟਸੋਰਸ ਕਰਤੀ ਸੀ। ਕਿ ਕੋਈ ਸਿਵਲ ਸਰਵੈਂਟ ਆਊਟਸੋਰਸ ਕਰਤੀ ਕਿ ਵੀ ਨਹੀਂ, ਚਲੋ ਰਾਜਨੀਤਿਕ ਸਾਡੇ ਕੋਲ ਐਕਸਪਰਟੀਜ਼ ਇੰਨਾ ਨਹੀਂ ਹੈਗੀ, ਤੇ ਜਿਹੜੇ ਕੋਈ ਰਿਟਾਇਰਡ ਸਿਵਲ ਸਰਵੈਂਟ ਨੇ ਉਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਇਹ ਕੰਮ ਕਰੋ ਔਰ ਗਵਰਨੈਂਸ ਤੁਸੀਂ ਚਲਾਓ। ਫਿਰ ਉਹਨਾਂ ਕੋਲ ਮੰਤਰੀ ਵੀ ਜਾਂਦੇ ਸੀ ਸਲਾਹ ਲੈਣ, ਉਹਨਾਂ ਦੀ ਆਸ਼ੀਰਵਾਦ ਨਾਲ ਅੱਗੇ ਕੰਮ ਲੈ ਕੇ ਚੱਲਦੇ ਸੀ। ਤੇ ਇੱਕ ਤਰ੍ਹਾਂ ਦਾ ਮੈਂ ਜੇ ਇਹਨੂੰ ਕਹਾਂ ਕਿ ਇਹ ਜੋ ਹੋਇਆ, ਇਹਨੇ ਇੱਕ ਪੋਲੀਟੀਕਲ ਜਿਹੜੀ ਡੈਮੋਕ੍ਰੇਸੀ ਹੈ ਉਹਨੂੰ ਪੰਜਾਬ 'ਚ ਦੁਬਾਰਾ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਹੜੀ ਕਿ ਇੱਕ ਤਰ੍ਹਾਂ ਦੀ ਤੁਸੀਂ ਆਊਟਸੋਰਸ ਕਰਤੀ ਸੀ ਬਿਊਰੋਕ੍ਰੇਸੀ। ਇਹ ਮਾਡਲ ਵੀ ਅਪਲਾਈ ਕੀਤਾ ਗਿਆ ਔਰ ਮਾਡਲ ਦੇ ਵਿੱਚੋਂ ਨਿਕਲੇ। ਪਰ ਮੈਂ ਥੋੜੀ ਵਿੱਚੋਂ ਟੋਕ ਰਿਹਾ ਵੀ ਇਹਨਾਂ ਦੀ ਜਿਹੜਾ ਇਹ ਕੈਪਟਨ ਵਿਰੋਧੀ ਕੈਂਪ ਸੀ ਜਾਂ ਉਹਨਾਂ ਦੇ ਜਿਹੜੇ ਹੋਰ ਐਮਐਲਏ, ਉਹਨਾਂ ਦੀ ਇਹ ਸ਼ਿਕਾਇਤ ਵੀ ਰਹੀ ਹੈ, ਉਹਨਾਂ ਦਾ ਗਿਲਾ ਵੀ ਰਿਹਾ, ਰੋਸ ਵੀ ਰਿਹਾ ਵੀ ਤੁਸੀਂ ਇਸ ਨੂੰ ਪੋਲਿਟਿਕਸ ਤੋਂ ਪਾਸੇ ਕਰਕੇ ਤੁਸੀਂ ਸਾਰਾ ਬਿਊਰੋਕ੍ਰੇਸੀ ਦੇ ਹਵਾਲੇ ਕਰਦਾ, ਬਿਊਰੋਕਰੈਟ ਦੇ ਹਵਾਲੇ ਕਰਦਾ। ਮਤਲਬ ਪ੍ਰਤਾਪ ਬਾਜਵਾ ਨੇ ਇਹ ਸਪੈਸ਼ਲੀ ਕਿਹਾ ਕਿ ਰਿਟਾਇਰਡ ਬਿਊਰੋਕਰੇਟ ਦੇ ਹਵਾਲੇ ਕੀਤੀ ਹੋਈ ਤੁਸੀਂ ਸਰਕਾਰ, ਤੇ ਪੋਲੀਟੀਕਲ ਜਿਹੜੇ ਬੰਦੇ ਪੋਲਿਟਿਕਸ ਤੁਸੀਂ ਮਾਈਨਸ ਕੀਤੀ ਹੋਈ ਹੈ। ਇਹ ਉਹ ਮੁੱਦਾ ਵੀ ਉਠਾਉਂਦੇ ਰਹੇ ਨੇ, ਮਤਲਬ ਸੁਨੀਲ ਜਾਖੜ ਤੋਂ ਲੈ ਕੇ ਤੇ ਸਾਰੇ ਇਹ ਉਠਾਉਂਦੇ ਵੀ ਰਹੇ ਨੇ। ਉਹ ਨਹੀਂ, ਬਿਲਕੁਲ ਮੈਂ ਤਈਓ ਗੱਲ ਕਹੀ ਹੈ ਕਿ ਮੁੱਦਾ 1-2 ਸਾਲ ਤੋਂ ਉੱਠ ਰਿਹਾ ਸੀ, ਔਰ ਉਹਦਾ ਅਹਿਸਾਸ ਜਿਹੜੀ ਪੋਲੀਟੀਕਲ ਲੀਡਰਸ਼ਿਪ ਨੂੰ ਹੋ ਰਿਹਾ ਸੀ। ਔਰ ਉਹ ਤੁਸੀਂ ਦੇਖੋ ਇੱਕ ਗੱਲ ਬੜੀ ਆਮ ਉੱਭਰ ਕੇ ਆਉਂਦੀ ਸੀ ਕਿ ਜੀ ਇਹ ਜਿਹੜਾ ਸਰਕਾਰ ਹੈ ਇਹ ਓਪੋਜੀਸ਼ਨ ਪਾਰਟੀਆਂ ਨਾਲ ਮਿਲੀ ਹੋਈ ਹੈ। ਮਿਲੀ ਨਹੀਂ ਹੋਈ ਸੀ, ਤੁਹਾਡਾ ਮਾਡਲ ਹੀ ਕੁਝ ਇਹੋ ਜਿਹਾ ਸੀ ਕਿ ਜਿਹੜੀ ਤੁਸੀਂ ਗਵਰਨੈਂਸ ਬਿਊਰੋਕ੍ਰੇਸੀ ਨੇ ਦਿੱਤੀ, ਤੇ ਬਿਊਰੋਕ੍ਰੇਸੀ ਆਪਣੀਆਂ ਜਿਹੜਾ ਫਿਊਚਰ ਇਨਸ਼ੋਰ ਕਰਨ ਲਈ, ਆਪਣੀ ਸਿਕਿਉਰਿਟੀ ਲਈ ਇੰਸ਼ੋਰੈਂਸ ਕਰਨ ਲਈ ਹਰ ਪਾਰਟੀ ਨੂੰ ਅਕੋਮੋਡੇਟ ਕਰਦੀ ਹੀ ਹੈ। ਔਰ ਉਹਨਾਂ ਨੇ ਦੂਜੀਆਂ ਪਾਰਟੀਆਂ ਨੂੰ ਵੀ ਅਕੋਮੋਡੇਟ ਕੀਤਾ, ਔਰ ਉਹਦੇ ਨਾਲ ਇਹਨਾਂ ਨੂੰ ਲੱਗਿਆ ਸ਼ਾਇਦ ਇਹ ਸਰਕਾਰ ਹੀ ਦੂਜੀਆਂ ਓਪੋਜੀਸ਼ਨ ਪਾਰਟੀ ਦੀ ਹੈ। ਇਹ ਭੁੱਲ ਗਏ ਕਿ ਇਹਨਾਂ ਨੇ ਮਾਡਲ ਹੀ ਕੁਝ ਇਹੋ ਜਿਹਾ ਲਿਆ। ਨੁਕਤਾਚੀਨੀ ਵੀ ਹੁੰਦੀ ਰਹੀ ਹੈ ਇਸ ਗੱਲ ਤੇ, ਬੜੀ ਮੁੱਦਾ ਇੱਕ ਮੁੱਦਾ ਹੀ ਹੈ ਸੀ ਇਹਨਾਂ ਦਾ। ਮੁੱਦਾ ਹੈ ਸੀ, ਉਹ ਦੂਜੀਆਂ ਪਾਰਟੀ ਨੂੰ ਐਡਵਾਂਟੇਜ ਹੋਇਆ ਕਿਉਂਕਿ ਤੁਸੀਂ ਸਰਕਾਰ ਹੀ ਉਹ ਜਿਹੀ ਦਿੱਤੀ। ਦੂਸਰਾ ਤੁਸੀਂ ਹੋਰ ਮਾਡਲ ਪੰਜਾਬ 'ਚ ਦਿੱਤਾ ਔਰ ਇਨੋਵੇਟਿਵ ਮਾਡਲ ਕਿਹਾ ਕਿ ਤੁਸੀਂ ਸੱਚਾਈ ਦਾ ਵੀ ਟਰੁੱਥ, ਕਿ ਦੇਖੋ ਅਸੀਂ ਨਾਨ ਪਰਫਾਰਮਿੰਗ ਆ, ਅਸੀਂ ਥੋੜੇ ਜਿਹੇ ਕਰਪਟ ਵੀ ਹੈਗੇ ਆ, ਪਰ ਪਲੀਜ਼ ਵੋਟ ਸਾਨੂੰ ਪਾਇਓ, ਕਿਉਂਕਿ ਦੂਜੇ ਜਿਹੜੇ ਹੈਗੇ ਨੇ ਨਾ ਕੋਈ ਬਹੁਤੇ ਚੰਗੇ ਨਹੀਂ, ਉਹਨਾਂ ਲਈ ਸਾਡੇ ਕੋਲ ਬਰਗਾਰੀ ਦਾ ਇੱਕ ਮੁੱਦਾ ਹੈਗਾ, ਅਸੀਂ ਉਹਨਾਂ ਨੂੰ ਕਰ ਲਾਂਗੇ ਉਹਦੇ ਨਾਲ ਸੈਟਲ, ਤੁਸੀਂ ਵੋਟ ਸਾਨੂੰ ਪਾ ਦਿਓ। ਮੈਂ ਇਹ ਵੀ ਇੱਕ ਐਕਸਪੈਰੀਮੈਂਟ ਦੇ ਤੌਰ ਤੇ ਸੋਚਿਆ ਗਿਆ, ਔਰ ਹਾਲੇ ਵੀ ਕੁਝ ਲੋਕ ਸੋਚਦੇ ਨੇ ਕਿ ਵੀ ਮੁੱਦਾ ਤਾਂ ਅਸਲੀ ਬਰਗਾਰੀ ਦਾ, ਬਾਕੀ ਤਾਂ ਇਹ ਅਸੀਂ ਇੱਕ ਥੀਏਟਰਿਕਸ ਹੈ, ਅਸੀਂ ਕਰਦੇ ਰਹਿੰਦੇ ਹਾਂ। ਤੀਸਰਾ ਐਕਸਪੈਰੀਮੈਂਟ ਜਿਹੜਾ ਪੰਜਾਬ ਦੇ ਵਿੱਚ ਕੀਤਾ ਗਿਆ ਕਿ ਜਿਹੜੀ ਰੂਲਿੰਗ ਪਾਰਟੀ ਸੀ ਉਹਨਾਂ ਨੇ ਕਿਹਾ ਵੀ ਓਪੋਜੀਸ਼ਨ ਦਾ ਰੋਲ ਕੋਈ ਬਹੁਤਾ ਵਧੀਆ ਹੈ ਨਹੀਂ, ਅਸੀਂ ਆਪ ਹੀ ਆਪਣੀ ਓਪੋਜੀਸ਼ਨ ਹੋ ਜਾਂਦੇ, ਉਹ ਆਪਣੇ ਆਪ ਅਪੋਜ਼ ਕਰਨ ਲੱਗ ਗਏ। ਜਿਵੇਂ ਓਪੋਜੀਸ਼ਨ ਨੂੰ ਵੀ ਉਹਨਾਂ ਨੇ ਆਊਟ ਕੰਪੀਟ ਕਰਤਾ, ਔਰ ਆਊਟ ਕੰਪੀਟ ਕਰਕੇ ਸ਼ਾਇਦ ਇਹੀ ਕਹਿੰਦੇ ਚੰਗੀ ਗਵਰਨੈਂਸ ਹੁੰਦੀ ਹੈ। ਇਹ ਤੀਜਾ ਮਾਡਲ ਉਹਨਾਂ ਨੇ ਗਵਰਨਰ ਦਾ ਦਿੱਤਾ। ਹੁਣ ਜਦੋਂ ਤਿੰਨੋਂ ਮਾਡਲ ਜਿਹੜੇ ਇਹਨਾਂ ਦੇ ਚੱਲੇ ਨਹੀਂ, ਤੇ ਹੁਣ ਫਿਰ ਆ ਗਿਆ ਵੀ ਇਹ ਤਾਂ ਸਰਜਰੀ ਕਰਨੀ ਪੈਣੀ ਹੈ, ਤੇ ਉਹ ਸਰਜੀਕਲ ਸਟ੍ਰਾਈਕ ਕੀਤਾ। ਉਹ ਸਰਜੀਕਲ ਸਟ੍ਰਾਈਕ ਜਿਹੜਾ ਹੈਗਾ, ਤੁਸੀਂ ਇਹ ਨਹੀਂ ਕੋਈ ਵਧੀਆ ਵੈਲ ਪਲਾਨ ਕੀਤਾ। ਤੁਸੀਂ ਦੇਖੋ ਕਿੰਨਾ ਕਮਾਲ ਦਾ ਸਰਜੀਕਲ ਸਟ੍ਰਾਈਕ, ਜੇ ਤੁਸੀਂ ਕੁਝ ਦਿਨਾਂ ਦੀ ਡਿਵੈਲਪਮੈਂਟ ਦੇਖੋ ਜੋ ਹੋਈਆਂ, ਕਿ ਤੁਸੀਂ ਪਹਿਲੇ ਦਿਨ ਕਿਹਾ ਜੀ ਅਸੀਂ ਇੱਕ ਚੀਫ ਮਿਨਿਸਟਰ ਸਾਹਿਬ ਜਦੋਂ ਰਿਜ਼ਾਈਨ ਕਰਨਗੇ ਤੇ
ਮਿਸਟਰ ਇੱਕ ਸੁਨੀਲ ਜਾਖੜ ਜੀ ਜਿਹੜੇ ਇਹਨਾਂ ਦੇ ਕਾਫੀ, ਜਿਨ੍ਹਾਂ ਨੂੰ ਅਸੀਂ ਪੰਜਾਬ 'ਚ ਜੈਂਟਲਮੈਨ ਪੋਲੀਟੀਸ਼ੀਅਨ ਕਹਿੰਦੇ ਆ, ਤੇ ਉਹ ਕਮਾਨ ਸੰਭਾਲਣਗੇ, ਇਹ ਪੋਸੀਬਿਲਿਟੀ ਜਤਾਈ ਗਈ। ਪਰ ਸ਼ਾਮ ਹੁੰਦੇ ਹੁੰਦੇ ਜਦੋਂ ਅਸਤੀਫਾ ਹੋ ਗਿਆ ਤੇ ਜੈਂਟਲਮੈਨ ਪੋਲੀਟੀਸ਼ੀਅਨ ਨੂੰ ਇਹ ਕਿਹਾ ਗਿਆ ਵੀ ਨਹੀਂ ਨਹੀਂ ਇਹ ਤਾਂ ਹਿੰਦੂ ਨੇ, ਆਪਾਂ ਤਾਂ ਸਿੱਖ ਲਿਆਣਾ। ਔਰ ਉਹ ਪਾਰਟੀ ਕਿਹੜੀ ਹੈ ਸਿੱਖ, ਜਿਨ੍ਹਾਂ ਨੇ ਦੇਸ਼ ਨੂੰ 10 ਸਾਲ ਇੱਕ ਸਿੱਖ ਪ੍ਰਾਈਮ ਮਿਨਿਸਟਰ ਦਿੱਤਾ, ਸਰਦਾਰ ਮਨਮੋਹਨ ਸਿੰਘ, ਔਰ ਪ੍ਰੈਜ਼ੀਡੈਂਟ ਵੀ ਸਿੱਖ ਰੱਖਿਆ, ਨਾ ਇਹ ਕਹਿ ਕੇ ਵੀ ਸਿੱਖ ਨਹੀਂ ਮੈਰਿਟ ਤੇ ਰੱਖਿਆ। ਨਹੀਂ ਉਹ ਪਾਰਟੀ ਸੈਕੂਲਰ, ਸਭ ਤੋਂ ਵੱਧ ਸੈਕੂਲਰ ਕਹਾਉਂਦੀ ਆਪਣੇ ਆਪ ਨੂੰ, ਆਪਣੇ ਆਪ ਨੂੰ ਸੈਕੂਲਰ ਕਹਾਉਂਦੀ ਹੈ। ਉੱਥੇ ਤਾਂ ਉਹਨਾਂ ਨੇ ਸੈਕੂਲਰਿਜ਼ਮ ਦਾ ਕਹਿਤਾ ਵੀ ਇਹ ਸੈਕੂਲਰਿਜ਼ਮ ਹੈ, ਤੇ ਉਸ ਸੈਕੂਲਰਿਜ਼ਮ 'ਚ ਅਸੀਂ ਇੱਕ ਸਿੱਖ ਪ੍ਰਧਾਨ ਮੰਤਰੀ ਵੀ ਦੇ ਸਕਦੇ ਹਾਂ। ਉਹਨਾਂ ਨੇ ਉਸ ਗੱਲ ਦੀ ਉਸ ਰਾਜਨੀਤੀ 'ਚ ਕੈਸ਼ ਕੀਤਾ। ਹੁਣ ਜਦੋਂ ਆ ਗਿਆ, ਹੁਣ ਕਹਿੰਦੇ ਨਹੀਂ ਪੰਜਾਬ 'ਚ ਸਿੱਖ ਹੀ ਹੋਊਗਾ, ਹਿੰਦੂ ਨਹੀਂ ਹੋਏਗਾ। ਅੱਛਾ, ਉਹਦੇ 'ਚ ਇਹ ਸੋਚਿਆ ਗਿਆ ਕਿ ਪੰਜਾਬ ਦਾ ਹਿੰਦੂ ਬੜਾ ਖੁਸ਼ ਹੋਏਗਾ ਕਿ ਉਹਨੂੰ ਸ਼ਾਇਦ ਇਸ ਡੁੱਬਦੀ ਹੋਈ ਸਰਕਾਰ ਦੀ ਰਿਸਪੌਂਸਿਬਿਲਿਟੀ ਨਹੀਂ ਦਿੱਤੀ ਗਈ, ਉਹਦੀ ਇੱਜ਼ਤ ਬਚਾ ਲਈ। ਇਹ ਸੋਚ ਕੇ ਇਹ ਇੱਕ ਮੈਨੂੰ ਤਾਂ ਪਾਣੀ ਲੱਗਦਾ ਵੀ ਸੋਚ ਕੇ ਵੀ ਤੈਨੂੰ ਨਹੀਂ ਬਣਾਉਣਾ, ਵੀ ਤੁਸੀਂ ਨਹੀਂ ਬਣ ਸਕਦੇ, ਅਸੀਂ ਸਿੱਖ ਪ੍ਰਾਈਮ ਚੀਫ ਮਿਨਿਸਟਰ ਬਣਾਉਣਾ। ਉਸ ਤੋਂ ਬਾਅਦ ਤੁਸੀਂ ਦੇਖੋ ਸ਼ਾਮ ਤੱਕ ਹੁੰਦੇ ਇੱਕ ਸਿੱਖ ਚੀਫ ਮਿਨਿਸਟਰ ਦਾ ਨਾਮ ਵੀ ਆ ਗਿਆ, ਉਹਨਾਂ ਨੇ ਸੈਲੀਬ੍ਰੇਟ ਵੀ ਕੀਤਾ, ਉਹਨਾਂ ਨੇ ਜੱਟ ਸਿੱਖ ਦਾ ਉਹਨਾਂ ਦਾ ਆ ਗਿਆ, ਤੇ ਤੁਸੀਂ ਉਹ ਸਾਰਾ ਇੱਕ ਡਰਾਮਾ ਐਨੈਕਟ ਕੀਤਾ। ਤੇ ਸ਼ਾਮ ਤੱਕ ਪਹੁੰਚਦੇ ਕਹਿੰਦਾ ਨਹੀਂ ਜੀ ਇਹ ਨਹੀਂ, ਆਪਾਂ ਇਹਨਾਂ ਨੂੰ ਨਹੀਂ ਬਣਾਉਣਾ, ਅਸੀਂ ਇੱਕ ਚੀਫ ਮਿਨਿਸਟਰ ਬਣਾਵਾਂਗੇ। ਉਹ ਐਕਸਪੈਰੀਮੈਂਟ ਕੀਤਾ ਗਿਆ। ਔਰ ਜਦੋਂ ਇਹ ਕਿਹਾ ਗਿਆ, ਨਾਲੇ ਵੀ ਕਹਿ ਦਿੱਤਾ ਕਿ ਜਿਹੜਾ ਮੇਨ ਚਿਹਰਾ ਉਹ ਫਿਰ ਕਾਂਗਰਸ ਪ੍ਰਧਾਨ ਦਾ ਹੀ ਰਹੇਗਾ, ਉਹ ਸਿੱਧੂ ਸਾਹਿਬ ਰਹਿਣਗੇ। ਤੁਸੀਂ ਇਸ ਦੌਰਾਨ 'ਚ ਕੰਮ ਤੁਸੀਂ ਦੇਖੋ, ਜੇ ਇਹਨਾਂ ਦਾ ਤੁਸੀਂ ਇਹ ਸਾਰਿਆਂ ਦਾ ਐਨਾਲਿਸਿਸ ਕਰੋ ਤੇ ਤੁਹਾਨੂੰ ਇੱਕ ਗੱਲ ਸਮਝ ਆਉਂਦੀ ਹੈ ਕਿ ਕਿੰਨਾ ਰੈਟਰੋਗ੍ਰੈਸਿਵ ਪੋਲਿਟਿਕਸ ਇਸ 2 ਦਿਨਾਂ ਦੇ ਡਰਾਮੇ 'ਚ ਨਿਕਲ ਕੇ ਆਇਆ, ਜਿਹੜੀ ਕਿ ਪੰਜਾਬ ਦੀ ਰਾਜਨੀਤੀ 'ਚ, ਮੈਂ ਇੰਨੇ ਸਾਲਾਂ ਤੋਂ ਅਸੀਂ ਸਾਰੇ ਪੰਜਾਬ ਦੀ ਰਾਜਨੀਤੀ ਪੰਜਾਬ ਦੀ ਰਾਜਨੀਤੀ ਕਲਚਰਲ ਹੈ। ਇਸ ਤੋਂ ਪਹਿਲਾਂ ਜਿਹੜੀ ਇਹ ਗੱਲ ਆਪਾਂ ਬਾਤ ਕਰਾਂਗੇ, ਮੈਂ ਇਹ ਪੁੱਛਣਾ ਚਾਹਣਾ ਜਾਂ ਸਮਝਣਾ ਚਾਹਣਾ ਵੀ ਕੀ ਇਹ ਮਤਲਬ ਅਚਾਨਕ ਹੋਇਆ ਜਾਂ ਸਡਨਲੀ ਹੁੰਦਾ ਰਿਹਾ, ਜਾਂ ਪ੍ਰੀ ਪਲਾਨਡ ਸੀ ਉਹਨਾਂ ਦਾ, ਇਹ ਗੇਮ ਪ੍ਰੀ ਪਲਾਨਡ ਸੀਗੀ? ਕੀ ਲੱਗਦਾ ਜਿਹੜੀ ਪਹਿਲਾਂ ਉਹਨੂੰ ਜਾਖੜ ਨੂੰ ਤੇ ਫਿਰ ਦੂਜੇ ਨੂੰ? ਦੇਖੋ ਗੱਲ ਇਹ ਹੈ, ਜੇ ਤਾਂ ਪ੍ਰੀ ਪਲਾਨਡ ਸੀ ਤਾਂ ਮੈਂ ਇਹਨੂੰ ਬਹੁਤ ਹੀ ਜ਼ਿਆਦਾ ਬੁਰਾ ਮੰਨਦਾ, ਬਹੁਤ ਗਲਤ ਗੱਲ ਹੈ ਕਿ ਤੁਸੀਂ ਡਿਫਰੈਂਟ ਕਮਿਊਨਿਟੀ ਦੀ ਇਨਸਲਟ ਪਬਲਿਕਲੀ ਨਹੀਂ ਕਰ ਸਕਦੇ। ਕਿ ਜੇ ਤੁਸੀਂ ਪਬਲਿਕਲੀ ਪ੍ਰੀ ਪਲਾਨ ਕਰਕੇ ਕਹੋਗੇ ਕਿ ਹਿੰਦੂ ਚੀਫ ਮਿਨਿਸਟਰ ਨਹੀਂ ਹੋ ਸਕਦਾ, ਤੇ ਮੈਂ ਸਮਝਦਾ ਵੀ ਗਲਤ ਗੱਲ ਹੈ। ਤੇ ਜੱਟ ਸਿੱਖ ਨੂੰ ਅਸੀਂ ਨਹੀਂ ਬਣਾਉਣਾ, ਨੂੰ ਬਣਾਉਣਾ, ਨਵਾਂ ਰੈਵੋਲੂਸ਼ਨ ਲੈ ਕੇ ਆਉਣਾ ਪੰਜਾਬ 'ਚ, ਮੈਂ ਪ੍ਰੀ ਪਲਾਨ ਨੂੰ ਗਲਤ ਸਮਝਦਾ। ਪ੍ਰੀ ਪਲਾਨ ਕਮਿਊਨਿਟੀ ਪੰਜਾਬ ਦੇ ਕਲਚਰ 'ਚ ਇਸ ਤਰ੍ਹਾਂ ਦੀ ਕਾਸਟ, ਰਿਲੀਜੀਓ ਬੇਸਡ ਕਾਸਟ ਰਾਜਨੀਤੀ ਦਾ ਕੋਈ ਸਪੇਸ ਨਹੀਂ ਰਿਹਾ। ਇੱਥੇ ਐਕਸਕਲੂਸਿਵਿਟੀ ਐਗਜ਼ਿਸਟ ਨਹੀਂ ਕਰਦੀਆਂ। ਇਹ ਗੱਲ ਬਿਲਕੁਲ ਮੰਨ ਕੇ ਚੱਲੀ ਚਾਹੀਦੀ, ਕਰਦੀਆਂ ਹੁੰਦੀਆਂ ਤੇ ਅੱਜ ਪੰਜਾਬ ਦੇ ਵਿੱਚ ਮਾਇਆਵਤੀ ਜੀ ਚੀਫ ਮਿਨਿਸਟਰ ਹੁੰਦੇ, ਉਹਨਾਂ ਨੂੰ ਵੀ ਪੰਜਾਬ ਛੱਡ ਕੇ ਜਾਣਾ ਪਿਆ, ਕਿਉਂਕਿ ਇੱਥੇ ਪੰਜਾਬ ਦਾ ਬਿਕੋਜ਼ ਸਿੱਖੀਜ਼ਮ ਕਰਕੇ, ਆਰੀਆ ਸਮਾਜ ਦੀ ਇਨਫਲੂਐਂਸ ਕਰਕੇ, ਇੱਕ ਪੰਜਾਬੀ ਆਇਡੈਂਟੀਟੀ ਦਾ ਇੱਕ ਜਿਹੜਾ ਕਲਚਰ ਹੈ ਉਹ ਰਾਜਨੀਤੀ 'ਚ ਕਾਫੀ ਡੋਮੀਨੈਂਟ ਰਿਹਾ। ਮੈਂ ਨਹੀਂ ਕਹਿੰਦਾ ਉਹਦੇ ਵਿੱਚ ਦੂਸਰੀ ਟੈਂਡੈਂਸੀਜ਼ ਨਹੀਂ ਐਗਜ਼ਿਸਟ ਕਰਦੀਆਂ ਰਹੀਆਂ, ਉਹ ਕਰਦੀਆਂ ਨੇ, ਪਰ ਜਿਹੜੇ ਡੋਮੀਨੇਟ ਕਰਦੀਆਂ ਡੋਮੀਨੈਂਟ ਟੈਂਡੈਂਸੀ ਉਹ ਮਲਟੀ ਕਲਚਰ ਦੀ ਹੈ, ਆਪਸ 'ਚ ਇਲੈਕਟੋਰਲ ਮੋਬਿਲਾਈਜੇਸ਼ਨ। ਤੇ ਜਿਹੜੀ ਇਹ ਜਿਹੜੀ ਕਾਸਟ ਬੇਸਡ ਪੋਲਿਟਿਕਸ ਹੈ, ਜਿਹੜੀ ਉਹ ਉਭਾਰੀ ਗਈ ਹੈ ਪਿਛਲੇ ਇਸ ਇਲੈਕਸ਼ਨ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਡਿਵਾਈਡ ਰਹੀ ਹੈ ਪੰਜਾਬ 'ਚ? ਮੈਂ ਇਹ ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ 'ਚ ਇਸ ਸਮੇਂ ਤੇ ਡਿਮਾਂਡ ਕੋਈ ਨਹੀਂ ਆਈ। ਜਿਹੜੀ ਹੈਜਮੋਨਿਕ ਗਰੁੱਪ ਹੈ, ਜਿਹੜੇ ਤੁਸੀਂ ਕਹਿੰਦੇ ਹੋ ਵੀ ਰੂਲਿੰਗ ਐਸਟੈਬਲਿਸ਼ਮੈਂਟ ਹੈ, ਚਾਹੇ ਅਕਾਲੀ ਦਲ ਦੀ ਹੋਏ, ਚਾਹੇ ਕਾਂਗਰਸ ਦੀ ਹੋਏ, ਚਾਹੇ ਆਮ ਆਦਮੀ ਪਾਰਟੀ ਦੀ ਹੋਏ, ਉਹਨਾਂ ਨੇ ਕੋਆਪਸ਼ਨ ਦੀ ਸਟ੍ਰੈਟਜੀ ਦਿੱਤੀ, ਨਾ ਕਿ ਲੋਕਾਂ ਨੇ ਮੰਗੀ। ਕੋਈ ਏਦਾਂ ਦੇ ਪ੍ਰੋਟੈਸਟ ਨਹੀਂ ਹੋਏ ਇੱਥੇ ਪੰਜਾਬ 'ਚ ਕਿ ਜੀ ਸਾਨੂੰ ਮਤਲਬ ਡਿਸਕ੍ਰਿਮੀਨੇਟ ਕੀਤਾ ਜਾ ਰਿਹਾ ਹੈ, ਸਾਡੀ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਹੈ, ਏਦਾਂ ਦੀ ਨਹੀਂ ਹੋਈ ਗੱਲ। ਕਿਉਂਕਿ ਇਹ ਗੱਲ ਕਿੱਥੋਂ ਨਿਕਲ ਕੇ ਆਈ ਹੈ ਕਿ ਜਿਹੜੀ ਹੈਜਮਨੀ ਰੂਲਿੰਗ, ਜਿਹੜੀ ਐਗਰੇਰੀਅਨ, ਜਿਹੜਾ ਸਾਡਾ ਗਰੁੱਪ ਹੈ, ਜਿਹੜਾ ਐਗਰੇਰੀਅਨ ਡੋਮੀਨੈਂਟ ਕਲਾਸ ਹੈ, ਉਹਦੀ ਹੋਲਡ ਘਟੀ ਪੰਜਾਬ 'ਚ। ਇਕਨੋਮਿਕ ਹੋਲਡ ਵੀ ਘਟੀ, 3 ਐਕਟ ਦੇ ਆਉਣ ਤੋਂ ਬਾਅਦ ਵੀ ਤੁਸੀਂ ਦੇਖੋ ਹੋਰ ਘਟੀ ਉਹਨਾਂ ਦੀ, ਔਰ ਰਾਜਨੀਤੀ 'ਚ ਵੀ। ਕਿ ਅੱਜ ਤੁਸੀਂ ਦੇਖੋ ਵੀ ਕਿਸੇ ਵੇਲੇ ਐਗਰੀਕਲਚਰ ਜਿਹੜਾ ਗਰੁੱਪ ਕਾਸਟ ਹੈ ਉਹਦਾ ਰਿਪਰੈਜ਼ੈਂਟੇਸ਼ਨ ਪੰਜਾਬ 'ਚ 40% 45% ਲੈਜਿਸਲੇਚਰ 'ਚ ਰਹਿੰਦੀ ਸੀ, ਅੱਜ 30% ਤੇ ਆ ਗਈ ਹੈ।
ਕੈਬਨਿਟ ਚ ਉਹਨਾਂ ਦੀ 40% ਦੇ ਕਰੀਬ ਰਿਪਰੈਜ਼ੈਂਟੇਸ਼ਨ ਹੁੰਦੀ ਸੀ, ਅੱਜ 24-25% ਤੇ ਹੈ। ਲਾਈਨ ਹੋਇਆ ਸ਼ੇਅਰ, ਤੇ ਉਹਦੇ ਚ ਕੋਆਪਸ਼ਨ ਦੀ ਲੋੜ ਪੈ ਗਈ। ਤੇ ਕੋਆਪਸ਼ਨ ਨੂੰ ਮੈਂ ਪੋਜ਼ਿਟਿਵ ਸਮਝਦਾ। ਇਹ ਕੋਆਪਸ਼ਨ ਜਿਹੜੀ ਸੀ ਪ੍ਰੋਐਕਟਿਵ ਕੋਆਪਸ਼ਨ ਹੈ, ਇਹ ਕੋਈ ਐਕਸਕਲੂਸਿਵ ਰਾਜਨੀਤੀ ਨੂੰ ਸਗੋਂ ਡਿਫੀਟ ਕਰਨ ਲਈ ਕੋਆਪਸ਼ਨ ਦੀ ਸਟ੍ਰੈਟਜੀ ਸੀ। ਕਾਂਗਰਸ ਉਸ ਤੋਂ ਇੱਕ ਸਟੈਪ ਅੱਗੇ ਗਈ ਹੈ। ਉਹਨਾਂ ਨੇ ਬਾਕੀ ਪਾਰਟੀਆਂ ਨੇ ਇਹ ਕਿਹਾ ਕਿ ਅਸੀਂ ਚੀਫ ਮਿਨਿਸਟਰ ਇਹਦਾ ਬਣਾਵਾਂਗੇ ਜਾਂ ਡਿਪਟੀ ਬਣਾਵਾਂਗੇ ਚੀਫ ਮਿਨਿਸਟਰ, ਇਹਨਾਂ ਅਲੱਗ-ਅਲੱਗ ਗਰੁੱਪਸ ਤੋਂ। ਉਹਨਾਂ ਨੂੰ ਕੋਆਪਟ ਕਰਨ ਦਿੱਤਾ, ਪ੍ਰੋਐਕਟਿਵ ਕੋਆਪਸ਼ਨ ਜਿਹਨੂੰ ਅਸੀਂ ਕਹਿੰਦੇ ਆ। ਉਹਨਾਂ ਨੇ ਇਸ ਕਰਕੇ ਨਹੀਂ ਕੀਤਾ ਕਿ ਕਿਤੋਂ ਡਿਮਾਂਡ ਆ ਰਹੀ ਸੀ, ਤੇ ਮੈਂ ਇਹਨੂੰ ਪੋਜ਼ਿਟਿਵ ਗੱਲ ਸਮਝਦਾ ਵੀ ਸਭ ਨੂੰ ਰਿਪਰੈਜ਼ੈਂਟੇਸ਼ਨ। ਪਰ ਕਾਂਗਰਸ ਦੇ ਅੰਦਰ ਤਾਂ ਡਿਮਾਂਡ ਉੱਠਦੀ ਰਹੀ ਹੈ। ਕਾਂਗਰਸ ਦੇ ਅੰਦਰ ਕਾਂਗਰਸ ਦੀ ਡਿਮਾਂਡ ਵੀ ਕੁਝ ਸੈਕਸ਼ਨਲ ਡਿਮਾਂਡ ਤਾਂ ਉੱਠਦੀ ਰਹੀ ਹੈ। ਨਹੀਂ, ਸੈਕਸ਼ਨਲ ਇਹ ਹੁੰਦੀ ਰਹੀ ਵੀ ਸਾਡਾ ਡਿਪਟੀ ਚੀਫ ਮਿਨਿਸਟਰ ਬਣਾ ਦਿਓ ਜੀ। ਬੀਜੇਪੀ ਜੀ, ਮੈਨੂੰ ਯਾਦ ਹੈ ਬੀਜੇਪੀ ਹਮੇਸ਼ਾ ਅਕਾਲੀ ਦਲ ਨੂੰ ਕਹਿੰਦੀ ਸੀ ਅਕਾਲੀ ਦਲ ਨੂੰ ਸਾਡਾ ਡਿਪਟੀ ਸੀਐਮ ਬਣਾਓ। 1992 ਦੇ ਪਹਿਲੇ ਦੀ ਰਾਜਨੀਤੀ ਹੈ। ਮੈਂ ਤੁਹਾਨੂੰ ਇੱਕ ਹੋਰ ਦੱਸਦਾ, ਇਹ ਰਾਜਨੀਤੀ ਨੂੰ ਦੋ ਫੇਜ਼ 'ਚ ਦੇਖਣਾ ਚਾਹੀਦਾ। 92 ਦੀ ਪਹਿਲੇ ਦੀ ਰਾਜਨੀਤੀ ਜੇ ਤੁਸੀਂ ਦੇਖੋ, ਬੀਜੇਪੀ ਅਲੱਗ ਇਲੈਕਸ਼ਨ ਲੜਦੀ ਸੀ, ਅਕਾਲੀ ਦਲ ਅਲੱਗ ਲੜਦਾ। ਔਰ ਬੀਜੇਪੀ ਦਾ ਵੋਟ ਸ਼ੇਅਰ ਮੇਰੇ ਹਿਸਾਬ से 5-6% ਤੋਂ ਕਦੀ ਵਧਿਆ ਹੀ ਨਹੀਂ। ਮਤਲਬ ਹਿੰਦੂ ਜਿਹੜਾ ਸੀਗਾ ਪੰਜਾਬ 'ਚ, ਉਹ 30 ਤੋਂ ਕਿਤੇ ਉੱਤੇ ਜ਼ਿਆਦਾ ਪਰਸੈਂਟੇਜ ਆ ਉਹਦੀ। ਹਾਂ, ਠੀਕ ਹੈ ਕਿ ਬੀਜੇਪੀ ਕੋਈ ਐਕਸਕਲੂਸਿਵ ਹਿੰਦੂ ਕੈਟੇਗਰੀ ਪੰਜਾਬ 'ਚ ਨਹੀਂ ਐਗਜ਼ਿਸਟ ਕਰਦੀ। ਨਹੀਂ, ਠੀਕ ਹੈ। ਨਹੀਂ ਤੇ ਬੀਜੇਪੀ ਜੇ ਹਿੰਦੂ ਕਹਿ ਕੇ ਵੋਟ ਲੜ ਰਹੀ ਲੈ ਰਹੀ ਸੀ ਤੇ 5% ਤੋਂ ਨਹੀਂ ਵਧੇ। ਅੱਛਾ, ਤੁਸੀਂ ਦੂਸਰਾ ਲੈ ਲਓ, ਮਾਇਆਵਤੀ ਜੀ ਦਾ ਵੋਟ ਸ਼ੇਅਰ 7% ਇੱਕ ਵਾਰ ਵਿੱਚੋਂ ਸਿਰਫ 1992 ਜ਼ਿਆਦਾ ਵਧਿਆ। ਹੁਣ 4 ਵਜੇ ਅਸੀਂ ਕਹਿ ਲਈਏ 4-4.5% ਐਵਰੇਜ ਖੁਦ ਇਲੈਕਸ਼ਨ ਹਾਰੇ ਹੁਸ਼ਿਆਰਪੁਰ ਤੋਂ। ਜਿਹੜੀ ਬੀਐਸਪੀ ਜਿਹਦੀ ਹੋਂਦ ਪੰਜਾਬ ਤੋਂ, ਜਨਮ ਪੰਜਾਬ 'ਚ ਹੋਇਆ, ਉਹਨੂੰ ਯੂਪੀ 'ਚ ਲੈਣੀ ਪਈ, ਕਿਉਂਕਿ ਪੰਜਾਬ 'ਚ ਆਇਡੈਂਟੀਟੀ ਕੋਈ ਐਕਸਕਲੂਸਿਵ ਆਇਡੈਂਟੀਟੀ ਨਹੀਂ। ਇਹਦੇ ਨਾਲ ਮੈਂ ਇੱਕ ਹੋਰ ਫੈਕਟ ਜੋੜ ਦਵਾਂ, ਜੇ ਤੁਸੀਂ ਪੰਜਾਬ ਦੇ, ਅਸੀਂ ਇਹਨੂੰ ਕਹਿੰਦੇ ਕੈਚ ਆਲ ਪਾਰਟੀਜ਼, ਪੰਜਾਬ ਦੀ ਜਿਹੜੀ ਪਾਰਟੀਆਂ ਹੈ ਉਹ ਸਾਰਿਆਂ ਨੂੰ ਕੈਚ ਆਲ ਹੈ। ਉਹਦੇ 'ਚ ਤੁਹਾਨੂੰ ਦਲਿਤ ਮਿਲੇਗਾ, ਤੁਹਾਨੂੰ ਹਿੰਦੂ ਵੀ ਮਿਲੇਗਾ, ਉਹਦੇ 'ਚ ਤੁਹਾਨੂੰ ਜੱਟ ਸਿੱਖ ਵੀ ਮਿਲੇਗਾ, ਤੁਹਾਨੂੰ ਰਿਪਰੈਜ਼ੈਂਟੇਟਿਵ ਮਿਲਣਗੇ ਸਾਰੀਆਂ ਪਾਰਟੀਆਂ 'ਚ। ਇਹ ਮੈਂ ਪੰਜਾਬ ਦੀ ਰਾਜਨੀਤੀ ਦਾ ਇੱਕ ਬੜਾ ਪੋਜ਼ਿਟਿਵ ਐਸਪੈਕਟ ਹੈ। ਸੋ ਮਤਲਬ ਇਹ ਹੈ ਕਿ ਵੀ ਸਾਰੀਆਂ ਪਾਰਟੀਆਂ ਨੇ ਡਿਫਰੈਂਟ ਇੰਟਰਸਟ ਗਰੁੱਪ ਨੂੰ ਕੋਆਪਟ ਕੀਤਾ ਔਰ ਇਕੱਠੇ ਇੱਕ ਹਾਰਮੋਨੀਅਸ ਉਹਨਾਂ ਦਾ ਇੱਕ ਇੰਟੀਗ੍ਰੇਟਿਵ ਮਾਡਲ ਆਫ ਇਲੈਕਟੋਰਲ ਪੋਲਿਟਿਕਸ ਪੰਜਾਬ 'ਚ ਰਿਹਾ। ਤੁਹਾਡਾ ਮਤਲਬ ਹੈ ਵੀ ਤੁਹਾਡਾ ਮਤਲਬ ਹੈ ਵੀ ਇਹ ਲੋਕਾਂ ਦਾ ਏਜੰਡਾ ਨਹੀਂ ਸੀਗਾ ਇਹ, ਜਾਂ ਨਹੀਂ ਹੈ? ਜਿਹੜੇ ਲੋਕ ਜਿਹੜੇ ਏਜੰਡੇ ਨੂੰ ਸਮਝਦੇ ਲੋਕ ਮੁੱਦੇ ਨੇ, ਜਿਹੜੇ ਲੋਕਾਂ ਦੇ ਮੁੱਦੇ ਨੇ, ਵੀ ਉਹ ਲੋਕਾਂ ਦਾ ਮੁੱਦਾ ਨਹੀਂ ਹੈ। ਤੁਹਾਡਾ ਮਤਲਬ ਕਹਿਣ ਦਾ ਭਾਵ ਇਹ ਹੈ? ਬਿਲਕੁਲ, ਇਹ ਲੋਕਾਂ ਦਾ ਮੁੱਦਾ ਨਹੀਂ ਹੈ ਔਰ ਨਹੀਂ ਹੋਏਗਾ। ਕਿਉਂਕਿ ਦੇਖੋ 1992 ਤੋਂ ਬਾਅਦ ਦਾ ਮਾਡਲ ਦੇਖੋ ਕਿ ਅਸੀਂ 1997 'ਚ ਆ ਕੇ ਕਿ ਅਕਾਲੀ ਬੀਐਸਪੀ ਅਲਾਇੰਸ ਕਰਦੇ ਨੇ 96 'ਚ। ਵੀ ਦੇਖੋ ਇਹ ਅਲਾਇੰਸ ਹੁੰਦੀ ਹੈ, ਫਾਰਮਲ ਅਲਾਇੰਸ ਹੁੰਦੀ ਹੈ, ਅਲਾਇੰਸ ਹੁੰਦੀ ਹੈ। ਪੋਸਟ ਇਲੈਕਸ਼ਨ ਪਹਿਲੇ 92 ਤੋਂ ਪਹਿਲੇ ਜਿੰਨੀਆਂ ਅਲਾਇੰਸਿਸ ਹੋਈਆਂ ਇਲੈਕਸ਼ਨ ਤੋਂ ਬਾਅਦ ਹੋਈਆਂ। ਪੋਸਟ ਪੋਲ ਜਿਹੜੀ 96 'ਚ ਹੋਈ ਸੀ ਪਹਿਲੀ, 96 'ਚ ਪਹਿਲੀ ਹੋਈ, ਜਿਹਦੇ 'ਚ ਅਕਾਲੀ ਤੇ ਬੀਐਸਪੀ ਮਿਲੇ। ਔਰ 97 'ਚ ਮੋਗਾ ਡੈਕਲੇਰੇਸ਼ਨ ਆਉਂਦਾ ਹੈ, ਜਿਹਦੇ 'ਚ ਕਿਹਾ ਜਾਂਦਾ ਹੈ ਕਿ ਲੈਸਨ ਜਿਹੜੇ ਆਪਾਂ ਡਰਾ ਕੀਤੇ ਨੇ 10 ਸਾਲ ਦੇ ਟਰਮ ਤੋਂ, ਪਹਿਲਾ ਲੈਸਨ ਇਹ ਹੈ ਕਿ ਆਪਾਂ ਐਕਸਕਲੂਸਿਵ ਨਾ ਹੋਈਏ। ਇੱਥੇ ਸਿੱਖ ਹਿੰਦੂ ਦੀ ਗੱਲ ਨਹੀਂ, ਪੰਜਾਬੀ ਆਇਡੈਂਟੀਟੀ ਦੀ ਗੱਲ ਕੀਤੀ ਗਈ ਉਦੋਂ। ਹਾਂ, ਇੱਥੇ ਪੰਜਾਬੀ ਆਇਡੈਂਟੀਟੀ, ਪੰਜਾਬੀ ਦਾ ਨਾਰਾ ਦਿੱਤਾ ਗਿਆ ਔਰ ਉਹਨੂੰ ਅੱਗੇ ਉਸ ਗੱਲ ਨੂੰ ਅੱਗੇ ਵੀ ਲੈ ਕੇ ਜਾਇਆ ਗਿਆ ਰਾਜਨੀਤੀ 'ਚ। ਸੋ ਮੈਂ ਇਹ ਸਮਝਦਾ ਵੀ ਇਹ ਕਾਂਗਰਸ ਪਾਰਟੀ ਦਾ ਇਹ ਕਰਨਾ ਬੇਧਿਆਨੇ ਜਾਂ ਐਕਸੀਡੈਂਟਲੀ ਜਾਂ ਪਾਵਰ ਦੇ ਇੱਕ ਜਿਹੜੀ ਤੋੜ-ਫੋੜ ਚੱਲ ਰਹੀ ਸੀ ਉਹਦੇ 'ਚੋਂ ਜੋ ਇਹ ਗੱਲ ਨਿਕਲ ਕੇ ਆਣੀ, ਮੈਂ ਸਮਝਦਾ ਬੜੀ ਡਿਵੀਸਿਵ ਰਾਜਨੀਤੀ ਹੈ। ਇਹਨੂੰ ਜੇ ਪੰਜਾਬ ਦੇ ਵਿੱਚ ਲਾਗੂ ਨਾ ਕੀਤਾ ਜਾਵੇ ਤੇ ਪੰਜਾਬ ਲਈ ਤੇ ਪੰਜਾਬ ਦੀ ਰਾਜਨੀਤੀ ਲਈ ਬਹੁਤ ਚੰਗਾ ਹੋਏਗਾ। ਪਰ ਹੁਣ ਅਗਲਾ ਸਵਾਲ ਫਿਰ ਇਹਦਾ ਮਤਲਬ, ਤੁਹਾਡਾ ਮਤਲਬ ਕੀ ਇਹਨੂੰ ਲਾਹਾ ਹੋਏਗਾ ਇਸ ਰਾਜਨੀਤੀ ਦਾ ਜਾਂ ਇਸ ਪ੍ਰੋਜੈਕਸ਼ਨ ਕਰਨ ਦਾ? ਵੀ ਦੇਖੋ ਅਸੀਂ ਵੀ ਕੀ ਇਹਦਾ ਪੋਲੀਟੀਕਲ ਲਾਹਾ ਜਿਹੜਾ ਜੋ ਉਹਨਾਂ ਨੇ ਸੋਚਿਆ, ਮਤਲਬ ਦੇਖੋ ਇਹਦੇ 'ਚ ਦੋ ਮੁੱਦੇ ਨੇ, ਮੈਂ ਦੋਨਾਂ ਦਾ ਅਲੱਗ-ਅਲੱਗ ਪੁੱਛਾਂਗੇ ਤੁਹਾਡੇ ਕੋਲ ਸਵਾਲ। ਇੱਕ ਤਾਂ ਵੀ ਇਹ ਪ੍ਰੋਜੈਕਸ਼ਨ ਕਰਕੇ ਵੀ ਦੇਖੋ ਅਸੀਂ ਆਹ ਕੀਤਾ, ਉਹ ਜਿਵੇਂ ਮਨਪ੍ਰੀਤ ਬਾਦਲ ਕਹਿ ਰਹੇ ਨੇ ਇੰਨੇ ਸੂਬਿਆਂ 'ਚ ਇੰਨੇ 70 ਸਾਲਾਂ 'ਚ ਪਹਿਲੀ ਵਾਰੀ ਕੀਤਾ, ਤੇ ਕਾਂਗਰਸ ਪਾਰਟੀ ਜਿਹੜੀ ਹੈ ਇਹ ਦੇਖੋ ਕਿੰਨੀ ਖਿਆਲ ਰੱਖਦੀ ਹੈ ਉਸ ਦਾ, ਲੋਅਰ ਤਬਕੇ ਦਾ। ਤੇ ਇੱਕ ਤਾਂ ਇਹ ਕਿ ਕੀ ਇਹ ਫਿਰ ਪੋਲੀਟੀਕਲ ਜਿਹੜਾ ਇਹਨਾਂ ਨੂੰ ਲਾਹਾ ਮਿਲੇਗਾ? ਦੂਜਾ ਸਵਾਲ ਮੇਰਾ ਜਿਹੜਾ ਇਹਦੇ ਨਾਲ ਹੀ ਜੁੜਿਆ ਹੋਇਆ ਹੈ
ਕਿ ਜਿਹੜੀ ਸਟ੍ਰੈਟਜੀ ਲੱਗਦੀ ਹੈ ਕਾਂਗਰਸ ਪਾਰਟੀ ਦੀ, ਜਾਂ ਜਿਹੜੇ ਹੁਣ ਇਸ ਵੇਲੇ ਸੱਤਾ 'ਚ ਨੇ ਕਾਂਗਰਸ ਪਾਰਟੀ ਦੇ ਇਸੇ ਪੰਜਾਬ 'ਚ ਆਏ ਨੇ, ਉਹਨਾਂ ਦੀ ਇਹ ਸਟ੍ਰੈਟਜੀ ਜਾਂ ਇਹ ਰਣਨੀਤੀ ਲੱਗਦੀ ਹੈ ਜਦੋਂ ਦੀ ਇਹ ਮੂਵ ਸ਼ੁਰੂ ਹੋਇਆ ਐਂਟੀ ਕੈਂਪ ਜਿਹੜਾ ਨਵਜੋਤ ਸਿੱਧੂ ਦੀ ਅਗਵਾਈ ਹੇਠ ਜਾਂ ਅਲੱਗ ਹੋਇਆ, ਉਹਨਾਂ ਦੀ ਇਸ ਵੀ ਜਿਹੜੀ ਐਂਟੀ ਇਨਕੰਬੈਂਸੀ ਹੈ 4.5 ਸਾਲ ਦੀ, ਵੀ ਉਹਨੂੰ ਅਸੀਂ ਪਿਛਲੀ ਸਰਕਾਰ ਪਿਛਲੇ ਚੀਫ ਮਿਨਿਸਟਰ ਤੇ ਸਿੱਟ ਕੇ ਉਹਨੂੰ ਉਹਤੇ ਸਿੱਟ ਕੇ ਤੇ ਅਸੀਂ ਕਹਾਂਗੇ ਵੀ ਅਸੀਂ ਹੁਣ ਅਸੀਂ ਆਹ ਕੰਮ ਕੀਤੇ ਆ ਜਾਂ ਕਰਾਂਗੇ ਤੇ ਸਾਨੂੰ ਤੁਸੀਂ ਵੋਟ ਦਿਓ, ਤੇ ਅਸੀਂ ਉਹ ਐਂਟੀ ਇਨਕੰਬੈਂਸੀ ਨੂੰ ਨਿਊਟਰਲਾਈਜ਼ ਕਰ ਲਾਂਗੇ। ਕਾਂਗਰਸ ਪਾਰਟੀ ਦੀ ਇਸ ਵੇਲੇ ਦੀ ਲੀਡਰਸ਼ਿਪ ਤੇ ਦਿੱਲੀ ਵਾਲੀ ਵੀ ਸ਼ਾਇਦ ਇਹ ਸਟ੍ਰੈਟਜੀ ਨਾਲ ਹੀ ਜੋ ਹੋਇਆ ਕੁਝ ਜੋ ਕੁਝ ਉਹ ਇਹਦਾ ਸਿੱਟਾ ਹੈ। ਕਿਸੇ ਵੇਲੇ ਪੰਜਾਬ 'ਚ ਗੱਲ ਹੋ ਰਹੀ ਸੀ ਔਰ ਇੱਕ ਸੋਚ, ਜੇ ਮੈਂ ਕਹਾਂ ਬੀਜੇਪੀ ਵੱਲੋਂ ਇਹ ਸੀ ਕਿ ਅਸੀਂ ਹਰਿਆਣਾ ਮਾਡਲ ਪੰਜਾਬ 'ਚ ਲਾਗੂ ਕਰਨਾ। ਕੋਈ ਇੱਕ ਵਿਚਾਰ ਇਹ ਚੱਲਿਆ ਸੀ, ਠੀਕ ਹੈ, ਕਿ ਜਿਹਦੇ 'ਚ ਐਕਸਕਲੂਸਿਵ ਆਈਡੈਂਟੀਟੀਜ਼ ਨੂੰ ਮੋਬਿਲਾਈਜ਼ ਕਰਕੇ, ਜਿਵੇਂ ਹਰਿਆਣੇ 'ਚ ਕੀਤਾ ਗਿਆ, ਪੋਲਰਾਈਜ਼ ਕਰਕੇ ਰਾਜਨੀਤੀ ਨੂੰ ਗੈਰ ਜਾਟ ਇਕੱਠੀ ਕਰ ਲੈ ਸਾਰੀ ਕਮਿਊਨਿਟੀਜ਼ ਜਿਹੜੀਆਂ ਕੀਤੀ ਜਾ ਸਕਦੀ ਹੈ। ਮੈਂ ਸਮਝਦਾ ਇਹ ਉਹਦੀ ਇੱਕ ਐਕਸਟੈਂਸ਼ਨ ਹੈ, ਔਰ ਇਸ ਕਰਕੇ ਮੈਂ ਇਸ ਰਾਜਨੀਤੀ ਨੂੰ ਉਸ ਰਾਜਨੀਤੀ ਦੇ ਤਰ੍ਹਾਂ ਹੀ ਰੈਟਰੋਗ੍ਰੈਸਿਵ ਮੰਨਦਾ ਪੰਜਾਬ ਦੇ ਕੰਟੈਕਸਟ। ਦੂਸਰੀ ਗੱਲ ਇਹਦੇ ਨਾਲ ਜੁੜੀ ਹੋਈ, ਕਿਸੇ ਵੇਲੇ ਇਹ ਵੀ ਗੱਲ ਆਈ ਕਿ ਕਿਸਾਨ ਆਪਣੇ ਅਲੱਗ ਪਾਰਟੀ ਬਣਾ ਲੈਣ। ਹਾਂ, ਹੁਣ ਵੀ ਅਜੇ ਖੜੀ ਆ ਉਹ ਵੀ ਐਕਸਕਲੂਸਿਵ ਕਿਸਾਨ ਦੀ ਆਇਡੈਂਟੀਟੀ, ਤੁਸੀਂ ਉਹ ਵੀ ਐਕਸਕਲੂਸਿਵਿਟੀ ਸੀ। ਦੇਖੋ ਉਹ ਵੀ ਉਹਨਾਂ ਨੂੰ ਵੀ ਗੱਲ ਕਾਫੀ ਹੱਦ ਤੱਕ ਕਾਫੀਆਂ ਨੂੰ ਸਮਝ ਆਈ ਹੋਈ ਹੈ ਕਿ ਅਸੀਂ 60 ਸਾਲ ਜਾਂ ਰਾਜ ਕੀਤਾ ਪੰਜਾਬ 'ਚ, ਐਗਰੀਕਲਚਰ ਇੰਟਰਸਟ ਨੇ ਡੋਮੀਨੇਟ ਕੀਤਾ ਹੈ। ਉਹ ਕਿਉਂ ਕੀਤਾ? ਨਾ ਕਿ ਨੰਬਰ ਜ਼ਿਆਦਾ ਸੀ। ਇਹ ਇੱਕ ਪੋਲਿਟਿਕਸ ਦੇ ਵਿੱਚ ਇੱਕ ਕਲਚਰਲ ਫੈਕਟਰ ਹੁੰਦੇ ਨੇ, ਪੰਜਾਬੀ ਆਇਡੈਂਟੀਟੀ ਦੀ ਗੱਲ ਹੈ, ਇੱਕ ਦੂਜੇ ਦੇ ਨਾਲ ਸ਼ੇਅਰਿੰਗ ਦੇ ਜਿਹੜੇ ਇਸ਼ੂਜ਼ ਨੇ ਉਹ ਇੰਨੇ ਜ਼ਿਆਦਾ ਕਲੋਜ਼ ਨੇ। ਕਿਉਂਕਿ ਪੰਜਾਬੀ ਹਿੰਦੂ ਦੇਖ ਲਓ ਤੁਸੀਂ, ਪੰਜਾਬੀ ਹਿੰਦੂ ਜਿਹੜਾ ਹੈ ਉਹ ਹਿੰਦੂਤਵ ਦੇ ਨਾਲ ਜੁੜੇ ਨਹੀਂ ਹੋਏ ਜਿਸ ਢੰਗ ਦੇ ਨਾਲ ਬਾਕੀ ਜੁੜਦਾ। ਇਹ ਤਾਂ ਕਦੀ ਰਾਮ ਜਨਮ ਭੂਮੀ, ਮੇਰਾ ਖਿਆਲ ਨਹੀਂ ਕੋਈ ਵੱਡੇ ਡੈਲੀਗੇਸ਼ਨ ਗਏ ਹੁਣ ਕਦੀ ਰਾਮ ਜਨਮ ਭੂਮੀ, ਉਸ ਤਰ੍ਹਾਂ ਇਮੋਸ਼ਨਲ ਨਹੀਂ ਹੈਗੇ, ਉਹ ਇਮੋਸ਼ਨਲ ਨਹੀਂ ਹੈ। ਇਸ ਕਰਕੇ ਤੁਸੀਂ ਦੇਖੋ ਕਿ ਅਰੁਣ ਜੇਤਲੀ ਜੀ ਵੀ ਇਲੈਕਸ਼ਨ ਹਾਰਦੇ ਨੇ। ਮੈਂ ਜਦੋਂ ਉਹਨਾਂ ਦੀ ਗੱਲ ਕਹਿੰਦਾ ਮੈਨੂੰ ਇਹ ਬਿਲਕੁਲ ਧਿਆਨ ਹੈ ਕਿ ਵੀ ਉਹਨਾਂ ਦੀ ਵੋਟਾਂ ਜਿਹੜੀਆਂ ਇੱਕ ਵੱਡਾ ਜਿਹੜਾ ਸੈਕਸ਼ਨ ਸੀਗਾ, ਜਿਹੜੇ ਅਰਬਨ ਲੋਕ ਨੇ ਜਿਹੜੇ ਜ਼ਿਆਦਾਤਰ ਹਿੰਦੂ ਉਹਨਾਂ 'ਚ, ਉਹਨਾਂ ਨੇ ਨਹੀਂ ਪਾਈ, ਉਹਨਾਂ ਨੇ ਵੀ ਉਹਨਾਂ ਨੂੰ ਵੋਟ ਨਹੀਂ ਪਾਈ। ਸੋ ਪੰਜਾਬ ਦੀ ਰਾਜਨੀਤੀ ਨੂੰ ਪੋਲਰਾਈਜ਼ ਕਰਨ ਦੀ ਜਿਹੜੀ ਇਹ ਕੋਸ਼ਿਸ਼ ਹੈ, ਜਿਹਦੇ 'ਚ ਹਿੰਦੂ ਦੀ ਤਰ੍ਹਾਂ ਵੋਟ ਪਾਏ, ਸਿੱਖ ਦੀ ਤਰ੍ਹਾਂ ਪਾਏ, ਇਹ ਮੈਨੂੰ ਲੱਗਦਾ ਨਹੀਂ ਕਿ ਪੰਜਾਬ 'ਚ ਪ੍ਰੈਕਟੀਕਲ ਹੈ, ਵਾਇਬਲ ਹੈ, ਔਰ ਇਹਦਾ ਕਿਸੇ ਨੂੰ ਕੋਈ ਲਾਭ ਮਿਲ ਸਕਦਾ। ਠੀਕ ਹੈ, ਇਹਦਾ ਥੋੜੇ ਟਾਈਮ ਲਈ ਰਹਿੰਦਾ, ਕਿਉਂਕਿ ਲੋਕਾਂ ਦੇ ਜਿਹੜੇ ਮੁੱਦੇ ਸੀ ਪਰਫਾਰਮੈਂਸ ਵਾਲੇ, ਕਿ ਲੋਕੀ ਇਹ ਕਹਿ ਦੇਣਗੇ ਚਲੋ ਜੀ ਸਾਡਾ ਬੰਦਾ ਬਣਾਤਾ ਤੇ ਹੁਣ ਕੋਈ ਗੱਲ ਨਹੀਂ, ਭਾਵੇਂ ਪਾਣੀ ਮਿਲਿਆ ਜਾਂ ਸਾਡਾ 3 ਐਕਟ ਵਾਪਸ ਹੋਣ ਨਾ ਹੋਣ, ਝੋਨਾ ਵਿਕੇ ਨਾ ਵਿਕੇ, ਸਾਨੂੰ ਗਲੀਆਂ ਨਾਲੀਆਂ ਗੰਦੀਆਂ ਰਹਿਣ, ਸਲਮਜ਼ ਉੱਥੇ ਹੀ ਰਹਿਣ, ਤੇ ਸਾਡਾ ਮਤਲਬ ਬੰਦਾ ਬਣਾਤਾ ਜੀ, ਬਹੁਤ ਕਮਾਲ ਕਰਤੀ। ਮੈਂ ਨਹੀਂ ਸਮਝਦਾ ਕਿ ਪੰਜਾਬ ਦੀ ਰਾਜਨੀਤੀ 'ਚ ਇਸ ਵੇਲੇ ਇਸ ਤਰ੍ਹਾਂ ਦੇ ਨਾਲ ਤੁਸੀਂ ਉਸ ਰਾਜਨੀਤੀ ਨੂੰ ਬਲਰ ਕਰ ਸਕਦੇ ਹੋ, ਕਿਉਂਕਿ ਇਹਦਾ ਇੱਕ ਹੋਰ ਵੀ ਆਸਪੈਕਟ ਹੈ, ਬੜਾ ਇੰਟਰਸਟਿੰਗ ਆਸਪੈਕਟ ਹੈ। ਕਿ ਮੈਨੂੰ ਯਾਦ ਹੈ ਕਿ ਇੱਕ ਵਾਰ ਜਦੋਂ ਡੇਰੇ ਸੱਚਾ ਸੌਦਾ ਦੀ ਇੱਕ ਗੱਲ ਜਦੋਂ ਉਹਨਾਂ ਨੇ ਅਪੀਲ ਕੀਤੀ ਕਿ ਵੀ ਅਕਾਲੀ ਦਲ ਦੇ ਖਿਲਾਫ ਵੋਟ ਪਾਈ ਜਾਏ, ਤੁਹਾਨੂੰ ਯਾਦ ਹੋਣਾ ਕਿਸੇ ਇੱਕ ਇਲੈਕਸ਼ਨ 'ਚ, ਪਹਿਲੀ 2007 ਵਾਲੀ, ਔਰ ਉਹਦੇ 'ਚ ਹੋਇਆ ਕਿ ਉਹਦੇ 'ਚ ਹੋਇਆ ਕਿ ਔਨ ਦਾ ਕੰਟਰਰੀ ਜਿਹੜੀ ਵਿਲੇਜ ਪੈਜੈਂਟਰੀ ਸੀ ਉਹ ਉਹਨਾਂ ਦੇ ਖਿਲਾਫ ਮੋਬਿਲਾਈਜ਼ ਹੋਰ ਕੰਸੈਂਟਰੇਟ, ਉਹ ਕਲੈਕਟਿਵ ਕੰਸੋਲੀਡੇਟ ਹੋ ਗਈ ਵੀ ਅਸੀਂ ਦੇਖੋ ਜੀ ਇਹ ਰਾਜ ਕਰਨਗੇ, ਤੇ ਉਹ ਕੰਸੋਲੀਡੇਸ਼ਨ ਹੋ ਗਈ। ਹੁਣ ਜਦੋਂ ਤੁਸੀਂ ਏਦਾਂ ਦੀ ਐਕਸਕਲੂਸਿਵਿਟੀ ਨੂੰ ਪ੍ਰਮੋਟ ਕਰਦੇ ਹੋ, ਦੂਜੇ ਗਰੁੱਪ ਕੰਸੋਲੀਡੇਟ ਹੋ ਜਾਂਦੇ ਨੇ ਬਾਈ ਆਊਟ ਆਫ ਫੀਅਰ ਇਨਸਿਕਿਉਰਿਟੀ। ਹਿੰਦੂ ਨੂੰ ਲੱਗੇ ਕਿ ਸਾਨੂੰ ਕਾਂਗਰਸ ਨੇ ਕਦੀ ਚੀਫ ਮਿਨਿਸਟਰ ਬਣਾਉਣਾ ਹੀ ਨਹੀਂ, ਜਿਵੇਂ ਲੱਗਦਾ ਕਿਸੇ ਬਲੈਕ ਨੂੰ ਲੱਗਿਆ ਵੀ ਮੈਂ ਕਦੀ ਕਿਸੇ ਕਾਰਪੋਰੇਸ਼ਨ ਦਾ ਹੈਡ ਬਣਨਾ ਹੀ ਨਹੀਂ, ਤੇ ਉਹਨੂੰ ਅਸੀਂ ਰੇਸਿਜ਼ਮ ਕਹਿੰਦੇ ਆ। ਤੇ ਇੱਥੇ ਜੇ ਉਹਨੂੰ ਲੱਗਣ ਲੱਗ ਜਾਏ ਤੇ ਤੁਸੀਂ ਇਹ ਸਮਝਦੇ ਹੋ ਵੀ ਉਹ ਨਾਲ ਜੁੜੇ ਗਿਆ ਇਹੋ ਜਿਹੀ ਜਮਾਤ ਦੇ ਜਿਹੜੀ ਐਕਟਿਵ ਡਿਸਕ੍ਰਿਮੀਨੇਸ਼ਨ ਦੀ ਗੱਲ ਕਰ ਰਹੀ ਹੈ, ਚਾਹੇ ਅਜ਼ੰਪਸ਼ਨ ਲੈਵਲ ਤੇ ਉਹਨੂੰ ਪਤਾ ਹੋਏ ਵੀ ਨਹੀਂ ਮੰਨਣਾ। ਪਰ ਜਦੋਂ ਮੈਂ ਜੇ ਕਹਾਂ ਕਿ ਪੰਜਾਬੀ ਯੂਨੀਵਰਸਿਟੀ ਦਾ ਜਾਂ ਗੁਰੂ ਨਾਨਕ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਸਿਰਫ ਸਿੱਖ ਹੀ ਹੋਇਆ ਕਰੇਗਾ ਜਾਂ ਪੰਜਾਬ ਯੂਨੀਵਰਸਿਟੀ ਦਾ ਸਿਰਫ ਹਿੰਦੂ ਹੀ ਹੋਇਆ ਕਰੇਗਾ, ਮੈਂ ਸਮਝਦਾ ਵੀ ਜੇ ਇਹ ਕਹਿ ਦੇਣਾ ਔਰ ਇੰਸਟੀਟਿਊਸ਼ਨਲਾਈਜ਼ ਕਰ ਦੇਣਾ ਇਹ ਐਕਟਿਵ ਡਿਸਕ੍ਰਿਮੀਨੇਸ਼ਨ ਹੈ, ਔਰ ਇਹਦੇ ਖਿਲਾਫ ਆਰਗੇਨਾਈਜੇਸ਼ਨ ਗਰੁੱਪ ਇਕੱਠੇ ਹੋਣਗੇ ਹੀ। ਸੋ ਕਈ ਗੱਲਾਂ ਮੈਨੂੰ ਲੱਗਦਾ ਵੀ ਉਹਨਾਂ ਨੂੰ ਅਨਸਟੇਟਡ ਹੁੰਦੀਆਂ, ਕਹਿਣਾ ਨਹੀਂ ਹੁੰਦਾ। ਪਰ ਇੱਕ ਤਾਂ ਇਹ ਕਿ ਜਿਹੜੀ ਤੁਸੀਂ ਗੱਲ ਕੀਤੀ ਨੇ ਵੀ ਉਹ ਕਹਿੰਦੇ ਵੀ ਜਿਹੜੇ ਬਾਕੀ ਮੁੱਦੇ ਆ, ਜਿਹੜੇ ਲੋਕਾਂ ਦੇ ਮੁੱਦੇ ਆ, ਮਾਈਨਿੰਗ ਦੇ, ਬਰਗਾੜੀ, ਬੇਅਦਬੀ,
ਤੇ ਜਿਹੜੇ ਹੋਰ ਲੋਕਾਂ ਦੇ ਹੋਰ ਮੁੱਦੇ ਹੈਗੇ ਵੀ ਉਹ ਵੀ ਅਸੀਂ ਉਹਨਾਂ ਦੇ ਵੀ ਕੰਮ ਕਰਾਂਗੇ। ਅਸੀਂ ਸਾਡੇ ਕੋਲ ਸਮਾਂ ਥੋੜਾ ਹੈ, ਪਰ ਅਸੀਂ ਉਹਨਾਂ ਤੇ ਵੀ ਜਿਹੜੇ ਜਿਨ੍ਹਾਂ ਤੇ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਕੀਤਾ, ਅਸੀਂ ਉਹਨਾਂ ਦੇ ਕੰਮ ਕਰਾਂਗੇ, ਉਹਨਾਂ ਨੂੰ ਸਿਰੇ ਲਾਵਾਂਗੇ। ਇੱਕ ਤਾਂ ਉਹਨਾਂ ਦਾ ਇਹ ਕਹਿਣਾ ਹੈ। ਦੂਜਾ, ਕਿਉਂਕਿ ਉਹ ਇਕੱਲਾ ਮੁੱਦਾ ਇਹ ਨਹੀਂ ਨਾ ਲੈ ਰਹੇ ਸਿਰਫ ਕਾਸਟ ਵਾਲਾ ਜਾਂ ਇਹ। ਦੂਜਾ ਜਿਹੜਾ ਮੈਂ ਪਹਿਲਾਂ ਸਵਾਲ ਕੀਤਾ ਸੀ ਵੀ ਇਹ ਜਿਹੜਾ ਸਟਾਈਲ ਹੈ ਨੈਸ਼ਨਲ ਲੈਵਲ ਤੇ ਜਿਹੜਾ ਉੱਭਰ ਰਿਹਾ ਹੈ ਜਾਂ ਪਹਿਲਾਂ ਵੀ ਵਰਤਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਕਿ ਐਂਟੀ ਇਨਕੰਬੈਂਸੀ ਜਿਹੜੀ ਆ ਅਖੀਰਲੇ ਸਾਲ ਜਾਂ 1 ਸਾਲ ਪਹਿਲਾਂ 6 ਮਹੀਨੇ ਪਹਿਲਾਂ ਜਿਹੜੀ ਉਹਦੇ ਚੀਫ ਮਿਨਿਸਟਰ ਤੇ ਪਾ ਕੇ ਜਾਂ ਕੁਝ ਗਰੁੱਪ ਤੇ ਪਾ ਕੇ ਤੇ ਤੁਸੀਂ ਅਗਲੀ ਇਲੈਕਸ਼ਨ ਦੇ ਵਿੱਚ ਆਪਣੀ ਉਹਨੂੰ ਨਿਊਟਰਲਾਈਜ਼ ਕਰ ਸਕਦੇ ਹੋ, ਐਂਟੀ ਇਨਕੰਬੈਂਸੀ ਨੂੰ ਉਹਦਾ ਲਾਹਾ ਲੈ ਸਕਦੇ ਹੋ ਤੁਸੀਂ। ਦੇਖੋ ਗੱਲ ਇਹ ਹੈ ਇਹ ਟ੍ਰੈਂਡ ਜਿਹੜਾ ਪੋਲਿਟਿਕਸ ਆਫ ਜੇ ਇਹਦੇ ਚ ਗੱਲ ਜਿਹੜੀ ਮੇਨ ਤੁਸੀਂ ਕਹਿ ਰਹੇ ਹੋ ਕਿ ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜੇ ਨਾਨ ਪਰਫਾਰਮੈਂਸ ਹੈ ਉਹ ਕਿਸੇ ਇੰਡੀਵਿਜੂਅਲ ਦੀ ਹੁੰਦੀ ਹੈ, ਗਵਰਨਮੈਂਟ ਦੀ ਨਹੀਂ ਹੁੰਦੀ, ਨਾ ਹੀ ਪੋਲੀਟੀਕਲ ਪਾਰਟੀਆਂ ਦੀ ਹੁੰਦੀ ਹੈ। ਇਹਦੇ ਚੋਂ ਇਹ ਗੱਲ ਕਹਿਣ ਦੀ ਕੋਸ਼ਿਸ਼ ਹੋ ਰਹੀ ਹੈ। ਇਸ ਤਰ੍ਹਾਂ ਹੀ ਗੁਜਰਾਤ 'ਚ ਵੀ ਜੇ ਤੁਸੀਂ ਦੇਖੋ ਵੀ ਗੁਜਰਾਤ 'ਚ ਅੱਜ ਸਾਰੀ ਕੈਬਨਿਟ ਬਦਲ ਦਿਓਗੇ ਤੇ ਲੋਕ ਸੋਚਣਗੇ ਵੀ ਹੁਣ ਇਹ ਬੀਜੇਪੀ ਦਾ ਨਹੀਂ ਹੈਗਾ, ਨਵਾਂ ਬੰਦਾ ਆ ਗਿਆ, ਇਹਦੀ ਪਰਫਾਰਮੈਂਸ ਅਗਲੇ 2 ਮਹੀਨੇ 'ਚ ਦੇਖਦੇ ਆ ਤੇ ਅਗਲੇ 5 ਸਾਲ ਹੋਰ ਦੇ ਦਿੰਦੇ ਆ। ਮੈਂ ਇਹਨੂੰ ਸਮਝਦਾ ਵੀ ਇਹ ਲੋਕਾਂ ਦੀ ਜਜਮੈਂਟ ਤੇ ਛੱਡ ਦਿੰਦੇ ਆ। ਪਰ ਜਿਵੇਂ ਮਤਲਬ ਤੁਸੀਂ ਗੱਲ ਕੀਤੀ ਹੈ, ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਐਕਸਪੈਰੀਮੈਂਟ ਜਿਹੜਾ ਉਹ ਕੀਤਾ ਵੀ ਗਿਆ ਸੀ, ਕਾਂਗਰਸ ਪਾਰਟੀ ਨੇ ਕੀਤਾ ਸੀ ਜਦੋਂ ਹਰਚਰਨ ਸਿੰਘ ਬਰਾੜ ਨੂੰ ਹਟਾ ਕੇ ਉਹਨਾਂ ਦੇ ਵੀ ਕਾਫੀ ਮਿਲਦੇ ਜੁਲਦੇ ਐਲੀਗੇਸ਼ਨ ਸੀਗੇ ਕਾਂਗਰਸੀਆਂ ਵੱਲੋਂ, ਜਿਵੇਂ ਕੈਪਟਨ ਅਮਰਿੰਦਰ ਸਿੰਘ ਦੇ ਸੀ ਬਾਹਰ ਨਹੀਂ ਨਿਕਲਦੇ, ਐਕਟਿਵ ਨਹੀਂ ਹੈ, ਉਹ ਪੋਲੀਟੀਕਲ ਬੰਦਿਆਂ ਨੂੰ ਮਿਲਦੇ ਨਹੀਂ ਹੈ, ਔਰ ਇਸ ਤਰ੍ਹਾਂ ਦੇ ਐਲੀਗੇਸ਼ਨ ਉਹਨਾਂ ਦੇ ਵੀ ਸੀਗੇ ਵੀ ਉਹ। ਤੇ ਉਦੋਂ ਬੀਬੀ ਭੱਠਲ ਨੂੰ ਬਣਾਇਆ ਗਿਆ ਸੀ ਤੇ ਉਦੋਂ ਕੋਸ਼ਿਸ਼ ਇਹੀ ਹੋਈ ਸੀ ਬੀਬੀ ਭੱਠਲ ਵੱਲੋਂ ਜਾਂ ਉਸ ਧੜੇ ਵੱਲੋਂ, ਸਾਰੇ ਵੱਲੋਂ, ਜਿਹੜਾ ਉਸ ਵੇਲੇ ਬੇਅੰਤ ਸਿੰਘ ਧੜੇ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਕਿ ਉਹਨਾਂ ਨੇ ਕੋਸ਼ਿਸ਼ ਇਹ ਕੀਤੀ ਵੀ ਸਾਰੀ ਜਿਹੜੀ ਐਂਟੀ ਇਨਕੰਬੈਂਸੀ ਆ ਉਹ ਹਰਚਰਨ ਸਿੰਘ ਬਰਾੜ ਤੇ ਸਿੱਟ ਗਏ ਤੇ ਇਲੈਕਸ਼ਨ ਵਿੱਚ ਉਤਰੇ ਸੀ। ਉਹਦੇ ਚ ਬੜੇ ਅੱਛੇ ਨਾਅਰੇ ਵੀ ਦਿੱਤੇ ਸੀ, ਪ੍ਰੋਮਿਸ। ਆ ਜਿਹੜਾ ਮੁਫਤ ਜਿਹੜਾ ਬਿਜਲੀ ਜਿਹੜੀ ਹੈ ਉਹਦਾ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਨਾਅਰਾ ਜਿਹੜਾ ਬੀਬੀ ਭੱਠਲ ਨੇ ਹੀ ਉਹ ਕੀਤਾ ਸੀ ਉਦੋਂ ਫਲੋਟ ਉਹ, ਤੇ ਪਰ ਉਹ ਤਜਰਬਾ ਉਦੋਂ ਤਾਂ ਸਫਲ ਨਹੀਂ ਸੀ ਹੋਇਆ ਉਦੋਂ। ਨਹੀਂ, ਤੁਹਾਡੀ ਗੱਲ ਜਿਹੜੀ ਹੈ ਕਿ ਹਿਸਟਰੀ ਦੇ ਵਿੱਚ ਇਹ ਐਗਜ਼ਾਮਪਲ ਮੌਜੂਦ ਹੈ, ਪਰ ਹਿਸਟਰੀ ਕੋਈ ਪੜ੍ਹੇ ਤਾਂ ਸਹੀ। ਹਿਸਟਰੀ ਪੜ੍ਹ ਲਓ ਉਹਦੇ ਚ, ਪਰ ਇਹਨਾਂ ਨੇ ਹਿਸਟਰੀ ਉਦੋਂ ਵੀ ਫ੍ਰੀ ਬੀਜ ਏਦਾਂ ਹੀ ਦਿੱਤੀਆਂ ਗਈਆਂ ਜੀ, ਤੁਸੀਂ ਠੀਕ ਹੈ ਵੀ ਉਦੋਂ ਫ੍ਰੀ ਬਿਜਲੀ ਦੀ ਗੱਲ ਉਦੋਂ ਹੀ ਹੋਈ ਸੀ, ਦਿੱਤੀ ਗਈ ਸੀ ਫ੍ਰੀ ਬਿਜਲੀ, ਅਨਾਉਂਸ ਕੀਤਾ ਗਿਆ ਸੀ। ਤੇ ਇਸ ਕਰਕੇ ਇਹ ਐਕਸਪੈਰੀਮੈਂਟ ਪਹਿਲੇ ਹੋਏ ਨੇ ਔਰ ਉਹਦੇ ਨਤੀਜੇ ਵੀ ਅਸੀਂ ਦੇਖੇ ਨੇ ਕੀ ਹੋਏ ਨੇ। ਤੇ ਅਸੀਂ ਮੈਨੂੰ ਇਹ ਲੱਗਦਾ ਵੀ ਇਹ ਜਿਹੜਾ ਸਾਰਾ ਕੁਝ ਹੋਇਆ ਹੈ ਇਹਦਾ ਮੈਨੂੰ ਇੱਕੋ ਹੀ ਗੱਲ ਲੱਗਦੀ ਹੈ ਵੀ ਤੁਸੀਂ ਇਹੋ ਜਿਹੇ ਐਕਸਪੈਰੀਮੈਂਟ ਜ਼ਰੂਰ ਕਰੋ, ਪਰ ਪੋਲਰਾਈਜ਼ ਕਰਨ ਦੀ ਜਿਹੜੀ ਕੋਸ਼ਿਸ਼ ਹੈ ਸਮਾਜ ਨੂੰ ਉਹ ਨਾ ਕੀਤੀ ਜਾਵੇ, ਕਿਉਂਕਿ ਪੰਜਾਬ ਦੇ ਵਿੱਚ ਇੱਕ ਜਿਹੜਾ ਹੈ ਸਾਰਾ ਭਾਈਚਾਰਾ ਹੈ ਜਿਹਦੇ ਵਿੱਚ ਮਲਟੀਕਲਚਰਲ ਹੈ, ਜਿਹਦੇ ਵਿੱਚ ਡਿਫਰੈਂਟ ਗਰੁੱਪਸ ਜਿਹੜੇ ਨੇ। ਔਰ ਇਹ ਪੰਜਾਬ ਦੀ ਖਾਸੀਅਤ ਸੀ ਕਿ ਰਾਜਨੀਤੀ ਦੀ ਕਿ ਹਰ ਪਾਰਟੀ 'ਚ ਹਰ ਤਰ੍ਹਾਂ ਦਾ ਗਰੁੱਪ, ਇੱਕ ਲਾਰਜ ਸਪੈਕਟਰਮ ਪ੍ਰੈਜ਼ੈਂਟ ਹੈ। ਜਿਵੇਂ ਆਮ ਆਦਮੀ ਪਾਰਟੀ ਨੇ ਕੋਸ਼ਿਸ਼ ਕੀਤੀ ਔਰ ਥੋੜੀ ਜਿਹੀ ਗਲਤੀ ਕਰਕੇ ਜਦੋਂ ਇੱਕ ਜਿਹੜੇ ਸਿੱਖ ਜਿਹੜੇ ਫੰਡਾਮੈਂਟਲਿਸਟ ਆ ਉਹਨਾਂ ਨਾਲ ਜ਼ਿਆਦਾ ਐਸੋਸੀਏਸ਼ਨ ਦਿਖਾ ਲਈ ਤੇ ਉਸ ਵੇਲੇ ਹੀ ਉਹ ਐਕਸਕਲੂਸਿਵਿਟੀ ਤੋਂ ਜੁੜਨ ਦੀ ਕੋਸ਼ਿਸ਼ ਕੀਤੀ ਇੱਕ ਨਾਲ, ਤੇ ਉਹ ਉਹਨਾਂ ਦਾ ਸਪੋਰਟ ਬੇਸ ਉਨਾ ਹੀ ਘਟ ਗਿਆ। ਜੇ ਉਹ ਐਕਸਕਲੂਸਿਵਿਟੀ ਦੇ ਨਾਲ ਜੁੜਨ ਦੀ ਕੋਸ਼ਿਸ਼ ਨਾ ਕਰਦੇ ਤੇ ਪੰਜਾਬ ਦੇ ਅਲੱਗ-ਅਲੱਗ ਤਬਕਿਆਂ ਦੀ ਉਹਨਾਂ ਦੀਆਂ ਇਸ਼ੂਜ਼, ਉਹਨਾਂ ਦੀਆਂ ਡਿਮਾਂਡਸ, ਉਹਨਾਂ ਦੀ ਐਸਪੀਰੇਸ਼ਨ ਨੂੰ ਪੋਲਿਟਿਕਸ ਆਰਟੀਕੂਲੇਟ ਕਰਦੇ ਰਹਿੰਦੇ ਤੇ ਸ਼ਾਇਦ ਉਹਨਾਂ ਨੂੰ ਜ਼ਿਆਦਾ ਫਾਇਦਾ ਹੁੰਦਾ। ਸੋ ਇਹ ਐਕਸਪੈਰੀਮੈਂਟ ਹੋਏ ਨੇ, ਲੈਸਨ ਹੈਗੇ ਨੇ, ਪਰ ਅਸੀਂ ਲੈਸਨ ਲਰਨ ਨਹੀਂ ਕਰਨਾ ਚਾਹੁੰਦੇ, ਲੈਸਨ ਟੀਚ ਕਰਨਾ ਚਾਹੁੰਦੇ ਹਾਂ। ਲੋਕਾਂ ਦੀ ਇਹ ਤੁਹਾਡੀ ਗੱਲ ਠੀਕ ਹੈ, ਆਮ ਲੋਕਾਂ 'ਚ ਇਹ ਇਸ ਗੱਲ ਤੇ ਇਹ ਹੈਗਾ ਵੀ ਡਿਵਾਈਡ ਨਹੀਂ ਹੋਣੀ ਚਾਹੀਦੀ। ਬੱਲੇ ਜੀ ਮੈਂ ਗੱਲ ਨੂੰ ਐਂਡੋਰਸ ਕਰਨਾ ਚਾਹੁੰਦਾ ਕਿ ਜੇ ਤੁਸੀਂ ਚੰਨੀ ਜੀ ਨੂੰ ਚੀਫ ਮਿਨਿਸਟਰ ਬਣਾਉਂਦੇ ਪਰ ਇਹ ਕਹਿ ਕੇ ਨਹੀਂ ਉਹਨਾਂ ਦੀ ਕੁਆਲੀਫਿਕੇਸ਼ਨ ਇਹ ਗਲਤ ਹੈ। ਜੇ ਤੁਸੀਂ ਕਹੋ ਜੀ ਠੀਕ ਹੈ ਚੰਗੇ ਚੀਫ ਮਿਨਿਸਟਰ ਸਾਬਤ ਹੋਣਗੇ, ਪੜ੍ਹੇ ਲਿਖੇ ਹੈਗੇ, ਤੇ ਮੈਂ ਸ਼ਾਇਦ ਇਸ ਨੂੰ ਬਿਹਤਰ ਫਾਰਮੂਲੇਸ਼ਨ ਸਮਝਦਾ ਕਿ ਤੁਸੀਂ ਇਹ ਕਹਿ ਕੇ ਆਇਆ ਜਾਂ ਚੰਗੇ ਐਡਮਿਨਿਸਟ੍ਰੇਟਰ ਨੇ, ਚੰਗਾ ਕੰਮ ਕਰਨਗੇ, ਲੋਕਾਂ ਦੇ ਨਾਲ ਜੁੜੇ ਹੋਏ ਇਨਸਾਨ ਨੇ, ਥੱਲੋਂ ਉੱਠ ਕੇ ਉੱਪਰ ਆਏ ਨੇ, ਇਹਨਾਂ ਦੀ ਲੋਕ ਪੱਖੀ ਸੋਚ ਹੈ। ਉਹਨਾਂ ਨੇ ਜੋ ਚੰਨੀ ਨੇ ਪਹਿਲੀ ਪ੍ਰੈਸ ਵਿੱਚ ਖੁਦ ਕਿਹਾ, ਜੋ ਖੁਦ ਪ੍ਰੋਜੈਕਟ ਕੀਤਾ ਉਹ ਉਹਨਾਂ ਨੇ ਇਹ ਨਹੀਂ ਕਿ ਮੈਂ ਉਹਨੇ ਕਿਹਾ ਮੈਂ ਹੇਠੋਂ ਉੱਠ ਕੇ ਆਇਆ ਕਿੱਥੋਂ। ਚੰਨੀ ਜੀ ਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਹੈ
ਕਿ ਵੀ ਪੰਜਾਬ ਦੇ ਕਲਚਰ ਬਾਰੇ ਅਹਿਸਾਸ ਹੈ, ਥੱਲੋਂ ਉੱਠੇ ਹੋਏ ਨੇ, ਉਹਨਾਂ ਨੂੰ ਪਤਾ ਹੈ ਕਿ ਪੰਜਾਬ 'ਚ ਐਕਸਕਲੂਸਿਵ ਕੋਈ ਆਇਡੈਂਟੀਟੀ ਨਾ ਤਾਂ ਐਗਜ਼ਿਸਟ ਕਰਦੀ ਹੈ, ਜੇ ਉਹਨੂੰ ਬਿਲਡ ਕਰਨ ਲਈ ਤਾਂ ਬੜੇ ਐਫਰਟ ਕਰਨੇ ਪੈਣਗੇ, ਪੋਲੀਟੀਕਲ ਪਾਰਟੀਆਂ ਕਰਦੀਆਂ ਹੀ ਆ ਕਈ ਸਾਲ। ਉਹਨਾਂ ਦੀ ਜਿਹੜੀ ਪਹਿਲੀ ਪ੍ਰੈਸ ਕਾਨਫਰੰਸ ਸੀ ਉਹ ਬੜੀ ਮੀਨਿੰਗਫੁਲ ਸੀ, ਪ੍ਰੈਸ ਕਾਨਫਰੰਸ ਦੇ ਕੱਲ ਜੋ ਆਪ ਬੋਲੇ ਹੈ ਉਹ ਉਹਨਾਂ ਦੀ ਚੰਗੀ ਸੋਚ ਹੈ। ਮੈਂ ਸਮਝਦਾ ਵੀ ਇੱਕ ਜਿਹੜਾ ਉਹਨਾਂ ਨੇ ਕਾਂਗਰਸ ਦਾ ਹਾਈ ਕਮਾਂਡ ਨੇ ਇੱਕ ਅਲੱਗ ਤਰ੍ਹਾਂ ਦਾ ਇੰਪ੍ਰੈਸ਼ਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਔਰ ਚੰਨੀ ਜੀ ਨੇ ਜੇ ਉਹਨੂੰ ਨਿਊਟਰਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਮੈਂ ਉਹਨੂੰ ਚੰਗੀ ਅਟੈਂਪਟ ਸਮਝਦਾ, ਇਹ ਕਰਨੀ ਚਾਹੀਦੀ ਹੈ। ਅੱਛਾ ਭਾਈ, ਸਾਰੀ ਗੱਲ ਦੇ ਵਿੱਚ ਹਾਂਜੀ ਆਖਰੀ ਸਵਾਲ ਜਿਹੜੀ ਗੱਲ ਆਉਂਦੀ ਹੈ, ਹਾਂਜੀ ਹਾਂ ਪੂਰੀ ਕਰ, ਹਾਂਜੀ ਜਿਹੜੀ ਗੱਲ ਇੱਥੋਂ ਨਿਕਲ ਕੇ ਆਉਂਦੀ ਹੈ ਕਿ ਜੇ ਇੱਕ ਜੈਂਟਲਮੈਨ ਪੋਲੀਟੀਸ਼ੀਅਨ ਜਿਵੇਂ ਮਿਸਟਰ ਜਾਖੜ ਸੀਗੇ, ਤੇ ਤੁਸੀਂ ਉਹਨਾਂ ਨੂੰ ਐਜ਼ ਏ ਹਿੰਦੂ ਕਹਿ ਕੇ ਰਿਜੈਕਟ ਨਾ ਕਰਕੇ ਜੇ ਏਦਾਂ ਕਹਿ ਦਿੰਦੇ ਵੀ ਉਹ ਸ਼ਾਇਦ ਇਸ ਵੇਲੇ ਉਹ ਆਪ ਚਾਹੁੰਦੇ ਨੇ ਵੀ ਨਹੀਂ ਬਣਨਾ, ਤੇ ਗੱਲ ਸ਼ਾਇਦ ਹੋਰ ਹੁੰਦੀ। ਮੈਂ ਸਿਰਫ ਇਸ ਨਜ਼ਰੀਏ ਤੇ ਇਸ ਸੋਚ ਦੇ, ਮੈਂ ਕਹਿੰਦਾ ਇਹ ਸੋਚ ਗਲਤ ਹੈ। ਦੇਖੋ ਪੰਜਾਬ ਇੱਕ ਜਿਹੜਾ ਸਾਡਾ ਪੰਜਾਬੀ ਦਾ ਇਮੇਜ ਹੈ, ਉਹ ਅਸੀਂ ਟੈਰਰਿਜ਼ਮ ਤੋਂ ਬਾਅਦ ਵੀ ਦੇਖੋ, ਟੈਰਰਿਜ਼ਮ ਦੇ ਟਾਈਮ ਤੇ ਵੀ ਦੇਖੋ, ਅਸੀਂ ਸਾਰੇ ਇੱਥੇ ਵਿਚਰਦੇ ਰਹੇ ਹਾਂ, ਇਦਾਂ ਦੇ ਡਿਸਕ੍ਰਿਮੀਨੇਸ਼ਨ ਜਾਂ ਇਦਾਂ ਦੀ ਗੱਲਬਾਤ ਪੰਜਾਬ 'ਚ ਨਹੀਂ ਹੁੰਦੀ। ਪੰਜਾਬ ਇਸ ਤਰ੍ਹਾਂ ਦੇ ਨਾਲ ਹੈਲਦੀ ਕਮਿਊਨਲੀ ਪੀਸਫੁਲ ਸੁਸਾਇਟੀ ਹੈ। 84 ਦੇ ਸਾਰੇ ਜਿਹੜੇ ਦੁਖਾਂਤ ਹੋਏ, ਇੰਸੀਡੈਂਟ ਹੋਏ, ਉਸ ਤੋਂ ਬਾਅਦ ਵੀ ਪੰਜਾਬ ਦੇ ਵਿੱਚ ਕਦੀ ਤੁਸੀਂ ਦੇਖੋ ਕੋਈ ਦੰਗੇ ਹੋਏ ਹੋਣ, ਕੁਝ ਨਹੀਂ। ਪੰਜਾਬੀ ਸੁਸਾਇਟੀ ਦੀ ਇੱਕ ਸਟਰੈਂਥ ਹੈ, ਉਹਨੂੰ ਆਪਾਂ ਕਮਜ਼ੋਰ ਨਾ ਕਰੀਏ। ਮੈਂ ਇਹ ਗੱਲ ਅੱਜ ਬਿਲਕੁਲ ਕਹਿਣਾ ਚਾਹੁੰਦਾ, ਔਰ ਡਿਵੈਲਪਮੈਂਟ ਦਾ ਏਜੰਡੇ ਨੂੰ ਅੱਗੇ ਰੱਖੀਏ। ਉਸ ਡਿਵੈਲਪਮੈਂਟ ਦੇ ਏਜੰਡੇ ਨੂੰ ਲਾ ਕੇ ਸਿਰਫ ਕਹਿਣ ਲਈ ਇਹ ਗੁਜ਼ਾਰਿਸ਼ ਇਹ ਹੈ ਕਿ ਫਾਇਦਾ ਨੁਕਸਾਨ ਨਾ ਦੇਖਦੇ ਹੋਏ ਕਿਸੇ ਪਾਰਟੀ ਦਾ ਅਸੀਂ ਇਹਨਾਂ ਕੈਟੇਗਰੀਜ਼ ਨੂੰ ਨਾ ਯੂਜ਼ ਕਰੀਏ, ਪੰਜਾਬ ਨੂੰ ਕਮਿਊਨਲਾਈਜ਼ ਨਾ ਕਰੀਏ, ਪੰਜਾਬ 'ਚ ਪੀਸ ਰੱਖਣ ਲਈ ਹਾਰਮਨੀ ਦਾ ਜਿਹੜਾ ਇੱਕ ਮਾਹੌਲ ਹੈ ਉਹਨੂੰ ਰੀਇਨਫੋਰਸ ਕਰੀਏ, ਨਾ ਕਿ ਐਕਸਕਲੂਸਿਵ ਕੈਟੇਗਰੀਜ਼ ਨੂੰ ਬਿਲਡ ਕਰੀਏ। ਇਹਦੇ ਲਈ ਮੈਂ ਸਮਝਦਾ ਵੀ ਸਾਨੂੰ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ, ਔਰ ਨਾ ਹੀ ਕਿਸੇ ਦਾ ਰੋਲ ਜ਼ਿਆਦਾ ਵਧਾ ਕੇ ਦੱਸੀਏ। ਸਾਨੂੰ ਇਹ ਕੈਟੇਗਰੀ ਜਿਹੜੀਆਂ ਨੇ ਬੜੀਆਂ ਸਪੇਅਰਿੰਗਲੀ ਯੂਜ਼ ਕਰਨੀਆਂ ਚਾਹੀਦੀਆਂ, ਸੋਚ ਕੇ ਕਰਨੀਆਂ ਚਾਹੀਦੀਆਂ। ਪੰਜਾਬੀ ਸੁਸਾਇਟੀ ਨੂੰ ਡਿਵਾਈਡ ਨਹੀਂ ਕਰਨਾ ਚਾਹੀਦਾ। ਬਹੁਤ ਮਿਹਰਬਾਨੀ ਡਾਕਟਰ ਸਾਹਿਬ। ਡਾਕਟਰ ਪ੍ਰਮੋਦ ਹੋਰਾਂ ਨੇ ਜੋ ਉਹਨਾਂ ਦੇ ਸਮ ਅਪ ਕੀਤਾ ਹੈ ਕਿ ਜਿਹੜੀ ਸਾਡੀ ਪੰਜਾਬੀ ਜਿਹੜੀ ਇਨਕਲੂਸਿਵ ਸੁਸਾਇਟੀ ਹੈਗੀ, ਉਹ ਉਸ ਵਿੱਚ ਜਿਹੜੀ ਇਸ ਤਰ੍ਹਾਂ ਦੀ ਡਿਵਾਈਡ ਕੀਤੇ ਜਾਣ ਤੋਂ ਬਚਣਾ ਚਾਹੀਦਾ। ਵੋਟ ਪੋਲਿਟਿਕਸ ਆਪਣੀ ਜਗ੍ਹਾ ਹੈ, ਪਰ ਜਿਹੜਾ ਸੁਸਾਇਟੀ ਦਾ ਇੱਕ ਸਾਡਾ ਸਮਾਜਿਕ ਜਿਹੜਾ ਇੱਕ ਤਣਾਵਣ ਹੈ, ਉਹਦੇ 'ਚ ਤੇ ਇਹਨਾਂ ਦਾ ਤਾਂ ਕਹਿਣਾ ਹੈ ਕਿ ਜੇ ਇਹ ਇਸ ਤਰ੍ਹਾਂ ਦੀ ਕਰੋਗੇ ਤਾਂ ਉਹਦਾ ਲਾਹਾ ਵੀ ਨਹੀਂ ਹੋਣਾ ਤੁਹਾਨੂੰ। ਮਤਲਬ ਇਹਨਾਂ ਦਾ ਤਾਂ ਇਹ ਕਹਿਣਾ, ਕਿਉਂਕਿ ਪੰਜਾਬ ਦਾ ਪਿਛਲਾ ਤਜਰਬਾ ਜਾਂ ਪੰਜਾਬ ਦਾ ਜੋ ਪੋਲੀਟੀਕਲ ਇਤਿਹਾਸ ਵੀ ਹੈ, ਇਲੈਕਟੋਰਲ ਪੋਲਿਟਿਕਸ ਦਾ ਇਤਿਹਾਸ ਵੀ ਹੈ, ਉਹ ਵੀ, ਤੇ ਜੋ ਆਮ ਲੋਕਾਂ ਦੀ ਜਿਸ ਤਰ੍ਹਾਂ ਦੇ ਵਿਚਰਦੇ ਨੇ ਲੋਕ, ਉਹ ਵੀ। ਸੋ ਇਹਨਾਂ ਦੀ ਇਹ ਵਿਊ ਹੈ, ਤੇ ਅਸੀਂ ਇਸੇ ਤਰ੍ਹਾਂ ਹੀ ਇਸ ਵਰਤਾਰੇ ਨੂੰ ਸਮਝਣ ਲਈ ਹੋਰ ਵੀ ਚਿੰਤਕਾਂ ਦੇ ਵਿਊ ਲਵਾਂਗੇ, ਜਿਹੜੇ ਐਨਾਲਿਸਟ ਨੇ। ਬਹੁਤ ਮਿਹਰਬਾਨੀ, ਸ਼ੁਕਰੀਆ ਜੀ।